ਸ਼ਬਦ ਸ਼ਬਦ ਤਖਤ ਦੀ ਮਾਲਕ ਹਾਜ਼ਰਾ ਮੌਜੂਦ ਜ਼ਹਰਾ ਨੂਰ ਅੰਤਰ ਜਾਪੀ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹਨਾਂ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਔਰ ਸਰਬੰਸ ਦਾਨੀ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਚਰਨ ਛੂਹ ਪ੍ਰਾਪਤ ਅਸਥਾਨਾਂ ਤੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਹਾਜ਼ਰੀ ਭਰ ਰਹੇ ਗੁਰੂ ਕੀ ਸਾਜੀ ਔਰ ਨਿਵਾਜੀ ਹੋਈ ਸਾਧ ਸੰਗਤ ਬਹੁਤ ਵਡਭਾਗੇ ਹੋ, ਜਿਨ੍ਹਾਂ ਨੇ ਇਸ ਤੋਂ ਪਹਿਲਾਂ ਹਜ਼ੂਰੀ ਰਾਗੀ ਜਥੇ ਪਾਸੋਂ ਸੰਪੂਰਨ ਸ਼੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰਕੇ ਲਾਭ ਪ੍ਰਾਪਤ ਕੀਤੇ ਹਨ। ਉਪਰੰਤ ਆਪ ਜੀ ਚੱਲ ਰਹੀ ਲੜੀਵਾਰ ਸ਼ਬਦ ਦੀ ਵਿਚਾਰ ਸਰਵਣ ਕਰਨ ਦੇ ਲਈ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰ ਰਹੇ ਹੋ, ਜਿੱਥੇ ਸਾਧ ਸੰਗਤ ਅੱਜ ਦੇ ਦੀਵਾਨਾਂ ਚ ਆਪਾਂ ਨੇ ਸੰਖੇਪ ਸ਼ਬਦ ਦੀ ਵਿਚਾਰ ਸਰਵਣ ਕਰਨੀ ਹੈ। ਉੱਥੇ ਅੱਜ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ। ਅੱਜ ਦੇ ਦਿਨ ਸਤਿਗੁਰਾਂ ਨੇ ਹਰਿਮੰਦਰ ਸਾਹਿਬ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ। ਮੈਂ ਕੱਲ੍ਹ ਪੜ੍ਹ ਰਿਹਾ ਸਾਂ, ਦੇਖੋ ਸਾਡੇ ਕੋਲ ਜਿੰਨੇ ਵੀ ਇਤਿਹਾਸਕ ਸਥਾਨ ਨੇ ਤੇ ਬਹੁਤ ਵੱਡੇ ਅਸਥਾਨ ਉਹ ਹੈ ਜਿੱਥੇ ਕਿਸੇ ਗੁਰੂ ਸਾਹਿਬ ਦਾ ਪ੍ਰਕਾਸ਼ ਹੋਇਆ। ਜਿਵੇਂ ਨਨਕਾਣਾ ਸਾਹਿਬ ਵਾਸਤੇ ਦਰਸ਼ਨਾਂ ਵਾਸਤੇ ਆਪਾਂ ਰੋਜ਼ ਅਰਦਾਸਾਂ ਕਰਦੇ ਕਿ ਬਹੁਤ ਵੱਡਾ ਸਥਾਨ ਹੈ ਸਿੱਖਾਂ ਵਾਸਤੇ, ਜਾਂ ਕਿਸੇ ਸਥਾਨ 'ਤੇ ਗੁਰੂ ਸਾਹਿਬ ਜੋਤੀ ਜੋਤ ਸਮਾਏ ਨੇ 10 ਪਾਤਸ਼ਾਹੀਆਂ। ਜਿਵੇਂ ਹੁਣ ਹਜ਼ੂਰ ਸਾਹਿਬ ਸੰਗਤਾਂ ਬਹੁਤ ਜਾਂਦੀਆਂ, 10ਵੇਂ ਪਾਤਸ਼ਾਹ ਜੀ ਨੇ ਉੱਥੇ ਸਰੀਰ ਤਿਆਗਿਆ। ਹਰਿਮੰਦਰ ਸਾਹਿਬ ਨਾ ਤੇ ਕਿਸੇ ਸਰੀਰ ਗੁਰੂ ਦਾ ਪ੍ਰਕਾਸ਼ ਹੋਇਆ, ਨਾ ਹੀ ਉੱਥੇ ਕੋਈ ਜੋਤੀ ਜੋਤ ਸਮਾਇਆ। ਉੱਥੇ ਮਹਾਰਾਜ ਨੇ ਹਰਿਮੰਦਰ ਸਾਹਿਬ ਪਹਿਲਾਂ ਤਿਆਗ ਕੀਤਾ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਉਹਦੇ 'ਚ ਫਿਰ ਪ੍ਰਕਾਸ਼ ਕੀਤਾ। ਤੇ ਵੱਡਾ ਕਾਰਨ ਇਹ ਹੀ ਵੀ ਇਹ ਇੱਥੇ ਕੋਈ ਸਰੀਰ ਗੁਰੂ ਨਜ਼ਰ ਨਾ ਆਵੇ ਜੇ ਆਉਣ ਵਾਲੇ ਨੂੰ, ਇੱਥੇ ਸਿਰਫ ਸ਼ਬਦ ਗੁਰੂ ਨਜ਼ਰ ਆਵੇ। ਬਹੁਤ ਵੱਡੀ ਗੱਲ ਹੈ ਵੀ ਹਰਿਮੰਦਰ ਸਾਹਿਬ ਆਉਣ ਵਾਲੇ ਨੂੰ ਕਿਸੇ ਸਰੀਰ ਗੁਰੂ ਦੇ ਦਰਸ਼ਨ ਨਾ ਹੋਣ, ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰੇ। ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ। ਇਸ ਕਰਕੇ ਉਹ ਵਿਸ਼ਵ ਦੇ ਅੰਦਰ ਡਿੱਠੇ ਸਭੇ ਥਾਪ ਨਹੀਂ ਖੁਦ ਜਿਹੇ ਸਰੀਰ ਆਉਂਦੇ ਜਾਂਦੇ ਰਹਿੰਦੇ, ਸ਼ਬਦ ਦਾ ਪ੍ਰਕਾਸ਼ ਕੀਤਾ ਮਹਾਰਾਜ ਨੇ। ਇਹ ਜੁਗੋ ਜੁਗ ਅਟੱਲ ਹੈ। ਅਸੀਂ ਇਹ ਸ਼ਬਦ ਵਰਤਦੇ ਵੀ ਹੈ, ਜੁਗੋ ਜੁਗ ਅਟੱਲ ਚਾਵਰ ਛਤ ਤਖਤ ਤੇ ਮਾਲਕ ਗੁਰੂ ਗ੍ਰੰਥ ਸਾਹਿਬ ਮਹਾਰਾਜ। ਆਓ ਸੰਗਤ ਜੀ ਕੁਝ ਕੁ ਇਤਿਹਾਸ ਦਾਸ ਸਾਹਿਬ ਜੀ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਬਾਰੇ ਸਾਂਝਾ ਕਰੇਗਾ। ਉਸ ਤੋਂ ਪਹਿਲਾਂ ਆਪਾਂ ਨੇ ਸੰਖੇਪ ਸ਼ਬਦ ਦੀ ਵਿਚਾਰ ਸਰਵਣ ਕਰਨੀ ਹੈ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰੂ ਚਰਨਾਂ 'ਚ ਹਾਜ਼ਰੀ ਲਵਾਈ ਉਚਾਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹਲਾ ਪਹਿਲਾ। ਇਹ ਸ੍ਰੀ ਰਾਗ ਦੇ ਅੰਦਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਹੈ। 74 ਅੰਗ ਤੇ ਪਾਵਨ ਸ਼ਬਦ ਸੁਭਾਏਮਾਨ ਹੈ ਜੀ। ਪਹਿਲੇ ਪਹਿਰੇ ਰਹਿਣ ਕੈ ਵਣ ਜਾਰਿਆ ਮਿਤਰਾ, ਬਾਲਕ ਬੁੱਧ ਅਚੇਤ। ਕੱਲ੍ਹ ਮਹਾਰਾਜ ਨੇ ਗਰਭ ਤੋਂ ਗੱਲ ਸ਼ੁਰੂ ਕੀਤੀ ਵੀ ਪਹਿਲਾ ਪੈਰ ਸਾਡਾ ਗਰਭ 'ਚ ਸ਼ੁਰੂ ਹੈ। ਪਹਿਲੇ ਪੈਰ ਰਹਿਣ ਕੇ ਵਣ ਜਾਰਿਆ ਮਿਤਰਾ, ਹੁਕਮ ਪਾਇਆ ਗਰਭਾਸ ਕਿ ਗਰਭ 'ਚ ਤੂੰ ਆਇਆ। ਅੱਜ ਮਹਾਰਾਜ ਨੇ ਦੂਸਰੇ ਸ਼ਬਦ 'ਚ ਕਿਹਾ ਪਹਿਲੇ ਪਹਿਰੇ ਰਹਿਣ ਕੇ ਬਣ ਜਾਦਿਆ ਮਿੱਤਰਾ, ਬਾਲਕ ਬੁੱਧ ਅਚੇਤ। ਜਿਹੜਾ ਸਾਡਾ ਪਹਿਲਾ ਪੈਰ ਹੈ ਨਾ, ਸਾਡੇ ਕੋਲ ਬਾਲਕ ਬਹੁਤ ਹੁੰਦੇ, ਅਸੀਂ ਅਚੇਤ ਬੇਸਮਝ ਹੁੰਦੇ ਹਾਂ ਬਚਪਨ ਦੇ ਅੰਦਰ। ਮਹਾਰਾਜ ਨੇ ਕਿਹਾ 12 ਬਰਸ ਬਾਲਪਨ ਬੀਤੇ 20 ਬਰਸ ਕਾ ਸਥਾਪਨਾ ਕੀ। ਕੱਲ੍ਹ ਦਾਸ ਨੇ ਇਸ ਦੀ ਵਿਚਾਰ ਆਪ ਜੀ ਨੂੰ ਸਰਵਣ ਕਰਾਏ। ਮਹਾਰਾਜ ਕਹਿੰਦੇ ਉਦੋਂ ਤੇ ਉਹ ਬੱਚਾ ਬਸ ਖਿਡੌਣਿਆਂ 'ਚ ਪਰਚਿਆ ਰਹਿੰਦਾ, ਜਾਂ ਅੱਗੇ ਮਹਾਰਾਜ ਨੇ ਦੁੱਧ ਦੀ ਗੱਲ ਕੀਤੀ ਹੈ ਵੀ ਇਹਨੂੰ ਸਮਝ ਕੋਈ ਨਹੀਂ ਪੈਂਦੀ ਕੀ ਕਰਨਾ, ਕਿਸੇ 'ਤੇ ਡਿਪੈਂਡ ਹੁੰਦਾ ਹੈ ਜੀ। ਉਹ ਤੇਰਾ ਸਮਾਂ ਇਸ ਤਰ੍ਹਾਂ ਲੰਘ ਜਾਂਦਾ ਅਣਜਾਣ ਪੁਣੇ ਦੇ ਅੰਦਰ। ਖੀਰ ਪੀਐ ਖੇਲਾਈਐ ਵਣ ਜਾਰਿਆ
ਇਹ ਵਣਜ ਕਰਨ ਆਏ ਵਣਜਾਰੇ ਮਿੱਤਰ, ਪਹਿਲਾ ਬਿਲਕੁਲ ਬਚਨਾ ਖੀਰ ਪੀਏ ਖਿਲਾਈਏ, ਦੋ ਕੰਮ ਹੀ ਬੱਚਾ ਕਰਦਾ, ਜਾਂ ਖੇਡਦਾ ਤੇ ਜਾਂ ਦੁੱਧ ਪੀਂਦਾ। ਖੀਰ ਮਾਂ ਦੇ ਦੁੱਧ ਮੁਕਿਆ ਗਿਆ ਤੇ ਜਾਂ ਦੁੱਧ ਪੀਂਦਾ ਜਾਂ ਖੇਡਦਾ। ਉਹ ਬੱਚਾ ਨਿੱਕਾ ਜਿਹਾ ਆਪਣੇ ਆਪ ਹੀ ਹੱਥ ਮਾਰ ਕੇ ਖੇਡੀ ਜਾਂਦਾ ਹੈ, ਭੁੱਖ ਲੱਗਦੀ ਰੋਣ ਲੱਗ ਪੈਂਦਾ ਹੈ, ਮਾਂ ਦੁੱਧ ਦੇ ਦਿੰਦੀ ਹੈ। ਸਾਡਾ ਪਹਿਲਾ ਸਮਾਂ ਸਾਰਿਆਂ ਦਾ ਵੀ ਲੰਘਿਆ, ਖੀਰ ਪੀਏ ਖਿਲਾਈਏ। ਮਹਾਰਾਜ ਕਹਿੰਦੇ ਵਣਜਾਰਿਆ ਮਿੱਤਰਾ, ਵੀ ਉਦੋਂ ਕੋਈ ਸਮਝ ਨਹੀਂ, ਉਦੋਂ ਅਸੀਂ ਜਪ ਨਹੀਂ ਸਕਦੇ ਆ, ਤੇ ਬਸ ਇਸ ਤਰ੍ਹਾਂ ਸਮਾਂ ਲੰਘਦਾ ਹੈ। ਮਾਤ ਪਿਤਾ ਸੁਖ ਹੇਤ, ਮਾਂ ਪਿਓ ਉਸ ਸਮੇਂ ਬੱਚੇ ਨਾਲ ਬਹੁਤ ਪਿਆਰ ਕਰਦੇ ਹੈ, ਬੱਚੇ ਦੀ ਕੇਅਰ ਕਰਦੇ। ਜੇ ਬੱਚੇ ਨੂੰ ਮਾਂ ਪਿਓ ਨਾ ਉਸ ਸਮੇਂ ਸਾਂਭੇ ਤੇ ਬੱਚਾ ਨਹੀਂ ਪਲ ਸਕਦਾ। ਪਸ਼ੂ ਪੰਛੀ ਨੇ, ਉਹਨਾਂ ਦੇ ਬੱਚੇ ਉਹ ਬੇਫਿਕਰ ਵੀ ਹੋ ਜਾਂਦਾ, ਕਿਤੇ ਨਾ ਕਿਤੇ ਪਲ ਜਾਂਦੇ ਆ। ਮਾਂ ਪਿਓ ਬੱਚੇ ਨੂੰ ਜਨਮ ਦੇ ਕੇ ਜੇ ਬੇਸਲੇ ਹੋ ਜਾਣ, ਉਹ ਬੱਚਾ ਕਦੇ ਵੀ ਜੀਵਨ ਨਹੀਂ ਪ੍ਰਾਪਤ ਕਰ ਸਕਦਾ ਹੈ। ਇਸ ਕਰਕੇ ਮਾਂ ਪਿਓ ਦਾ ਬੜਾ ਬੱਚੇ ਨਾਲ ਪਿਆਰ ਹੁੰਦਾ ਹੈ। ਮਾਤ ਪਿਤਾ ਸੁਖ ਨਿਹੁ ਗਣਿਆ, ਮਾਇਆ ਮੋਹ ਸਬਾਈ। ਮਾਤ ਪਿਤਾ ਦਾ ਪੁੱਤਰ ਨਾਲ ਨੇ ਉਹ ਘਨੇਰਾ ਨੇ ਹੈ ਵੀ ਬਹੁਤ ਜ਼ਿਆਦਾ। ਮਾਇਆ ਮੋਹ ਸਬਾਈ, ਮਾਇਆ ਮੋਹ 'ਚ ਅਸੀਂ ਫਸੇ ਹੋਏ। ਪੜਦਾ ਇੱਕ ਮਾਂ ਦਿੱਤਾ ਮਹਾਰਾਜ ਨੇ ਖੋਹ ਦਾ, ਤੇ ਮਹਾਰਾਜ ਕਹਿੰਦੇ ਇਸ ਤਰ੍ਹਾਂ ਹੀ ਉਹ ਅਸੀਂ ਇੱਕ ਦੂਜੇ ਦੇ ਆਸਰੇ ਨਾਲ ਹੀ ਪਲੇ ਆ। ਤੇ ਮਹਾਰਾਜ ਕਹਿੰਦੇ ਮੋਹ 'ਚ ਖਚਤ ਹੋ ਗਏ, ਜੋ ਕਰਨ ਆਏ ਸੀ ਉਹ ਕਰ ਨਹੀਂ ਰਹੇ। ਹਾਂ ਸੰਜੋਗੀ ਆਇਆ ਕਿਰਤ ਕਮਾਇਆ, ਕਰਨੀ ਕਾਰਿਤ ਰਾਈ। ਪਿਛਲੇ ਜਨਮਾਂ ਦਾ ਜੋ ਅਸੀਂ ਖਟਿਆ ਨਾ, ਉਹਦੇ ਰਾਹੀਂ ਫਿਰ ਸੰਜੋਗ ਬਣਿਆ, ਫਿਰ ਉਹਦੇ ਰਾਹੀਂ ਕਿਰਤ ਕਮਾਇਆ, ਕਰਨੀ ਕਾਰ ਕਰਾਈ। ਜੋ ਕਰਨੀ ਫਿਰ ਰੱਬ ਨੇ ਲਿਖ ਦਿੱਤੀ, ਅਸੀਂ ਉਹੀ ਕਾਰ ਕਰ ਰਹੇ ਹਾਂ। ਜੋ ਪਿਛਲੇ ਜਨਮਾਂ ਦਾ ਸਾਡਾ ਸੰਜੋਗ ਬਣਿਆ, ਉਸੇ ਤਰੀਕੇ ਨਾਲ ਹੀ ਸਾਡਾ ਜੀਵਨ ਚੱਲ ਰਿਹਾ ਹੈ। ਰਾਮ ਨਾਮ ਬਿਨ ਮੁਕਤ ਨਾ ਹੋਈ, ਬੂਟੀ ਦੂਜੈ ਹੇਤ। ਇਹ ਜਿਹੜੀ ਲੁਕਾਈ ਹੈ, ਰਾਮ ਦੇ ਨਾਮ ਤੋਂ ਬਗੈਰ ਮੁਕਤ ਨਹੀਂ ਹੋ ਸਕਦੀ। ਹਾਂ ਬੂਢੀ ਦੂਜੇ ਤੇ ਹਿੱਤ ਦੂਜੇ ਨਾਲ ਲਾ ਲਿਆ। ਮਹਾਰਾਜ ਕਹਿੰਦੇ ਫਿਰ ਮੁਕਤੀ ਵੀ ਪ੍ਰਾਪਤ ਨਹੀਂ ਹੋਏਗੀ। ਨਾਮ ਤੋਂ ਬਗੈਰ ਮਨੁੱਖ ਮੁਕਤ ਨਹੀਂ ਹੋ ਸਕਦਾ। ਤੇ ਮਹਾਰਾਜ ਕਹਿੰਦੇ ਮੋਹ ਸਾਡਾ ਦੂਸਰੇ ਤੀਸਰੇ ਨਾਲ ਹੈ। ਕਉ ਨਾਨਕ ਪ੍ਰਾਣੀ ਪਹਿਲੇ ਛੂਟਹਿਗਾ ਹਰ ਚੇਤ। ਮਹਾਰਾਜ ਕਹਿੰਦੇ ਪ੍ਰਾਣੀ ਉਹਨੂੰ ਚੇਤ, ਪਹਿਲਾ ਪਹਿਰ ਤੇ ਰਹਿਵੇਂ ਲੰਘੇ, ਛੁੱਟੇਗਾ ਤਾਂ ਜੇ ਉਹਨੂੰ ਚੇਤੇ ਕਰੇਗਾ, ਜੇ ਉਹਨੂੰ ਜਪੇਗਾ ਤਾਂ। ਦੂਜੈ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ, ਭਰ ਜੋਬਨ ਮੈਂ ਮਤ। ਹੁਣ ਦੂਸਰਾ ਪਹਿਦ ਆਇਆ। ਮਹਾਰਾਜ ਕਹਿੰਦੇ ਵਣਜ ਕਰਨ ਆਏ ਵਣਜਾਰੇ ਜੀਵ, ਭਾਵ ਜੋਬਨ ਜਵਾਨੀ ਆ ਗਈ, ਮੈਂ ਮਤ ਆਪਣੀ ਮਤ ਪਿੱਛੇ ਚੱਲਦਾ ਹੈ। ਉਹ ਜਵਾਨ ਬੱਚਾ ਦੇ ਕਈ ਵਾਰੀ ਆਪਣੇ ਮਾਂ ਪਿਓ ਦੀ ਗੱਲ ਵੀ ਨਹੀਂ ਮੰਨਦਾ, ਦੂਸਰੇ ਤੀਸਰੇ ਦੀ ਉਹਨੇ ਮੰਨਣੀ ਕੀ ਹੈ। ਮਹਾਰਾਜ ਕਹਿੰਦੇ ਤੂੰ ਇਹ ਸਮਾਂ ਜਵਾਨੀ ਦੇ ਹੰਕਾਰ 'ਚ ਲਗਾ ਲੈਣਾ ਹੈ, ਤੈਨੂੰ ਕੋਈ ਸਮਝ ਨਹੀਂ ਹੁੰਦੀ ਹੈ ਕੀ ਕਰਨ ਵਾਸਤੇ ਆਇਆ ਹੈ। ਰਹਿਨਿਸ ਕਾਮ ਵਿਅਪਿਆ ਵਣਜਾਰਿਆ ਮਿੱਤਰਾ। ਮਹਾਰਾਜ ਕਹਿੰਦੇ ਦਿਨ ਰਾਤ ਉਹ ਕਾਮ ਚੇਸ਼ਟਾ 'ਚ ਪੈ ਕੇ ਤੂੰ ਬਤੀਤ ਕਰਦਾ ਹੈ। ਅੰਦੁਲੇ ਨਾਮ ਨਾ ਚਿਤ। ਇਹ ਗਿਆਨ ਤੋਂ ਹੀਣੇ ਮਨੁੱਖ, ਨਾਮ ਤੇਰੇ ਚੇਤੇ 'ਚ ਨਹੀਂ ਹੈ। ਵੈਸੇ ਤਾਂ ਗੁਰਬਾਣੀ ਇਸ ਜੱਗ ਮੈਂ ਚਾਨਣਾ ਹੈ, ਪਰ ਗੁਰਮੁਖੋ ਉੱਲੂ ਹੁੰਦਾ ਹੈ ਤਾਂ ਉਹਨੂੰ ਹਨੇਰਾ ਪਸੰਦ ਨਹੀਂ ਹੁੰਦਾ ਹੈ। ਤੇ ਚਾਨਣ ਤੇ ਹੈ, ਪਰ ਉਹ ਚਾਨਣ ਦਾ ਆਨੰਦ ਨਹੀਂ ਮਾਣ ਸਕਦਾ, ਨਾ ਨਿੱਘ ਤੇ ਨਾ ਉਹ ਰੋਸ਼ਨੀ 'ਚ ਆਪਣੇ ਆਪ ਨੂੰ ਕਿਤੇ ਚੰਗੀ ਮੰਜ਼ਿਲ ਤੇ ਲਿਜਾ ਸਕਦਾ ਹੈ। ਉਹ ਅੱਖਾਂ ਬੰਦ ਕਰ ਲਈ ਤਾਂ ਉਹਨੂੰ ਰੋਸ਼ਨੀ ਚੰਗੀ ਨਹੀਂ ਲੱਗਦੀ। ਸਾਡੇ ਕੋਲ ਗਿਆਨ ਤੇ ਹੈ, ਪਰ ਅਸੀਂ ਫਿਰ ਵੀ ਅੰਧੇਰੇ 'ਚ ਜੀਵਨ ਜਿਉਣੇ ਹੈ। ਤੇ ਮਹਾਰਾਜ ਕਹਿੰਦੇ ਤੈਨੂੰ ਸਮਝ ਕੋਈ ਨਹੀਂ ਪੈਂਦੀ ਹੈ। ਰਾਮ ਨਾਮ ਘਟ ਅੰਤਰ ਨਾਹੀ, ਹੋਰ ਜਾਣੈ ਰਸ ਕਸ ਮਿੱਠੇ। ਮਹਾਰਾਜ ਕਹਿੰਦੇ ਰਾਮ ਦਾ ਨਾਮ ਅੰਦਰ ਇਹ ਗੱਲ ਨਹੀਂ ਜਾਣਦਾ ਤੇ ਰਸ ਕਸ ਬਹੁਤ ਭੋਗਦਾ ਹੈ। ਇਹ ਹੁਣ ਸਾਡੇ ਬੱਚਿਆਂ ਨੂੰ ਪਤਾ ਹੈ ਕਿ ਖਾਣਾ ਕਿਹੜੇ ਹੋਟਲ 'ਚ ਚੰਗਾ ਬਣਦਾ ਹੈ। ਉਹ ਮੋਬਾਈਲਾਂ ਬਾਰੇ ਉਹਨਾਂ ਨੂੰ ਜਾਣਕਾਰੀ ਬਹੁਤ ਕੁਝ ਇਹੋ ਜਿਹੀ ਜਾਣਕਾਰੀ ਹੈ, ਰੱਬ ਨੂੰ ਜਪਣਾ ਇਸ ਬਾਰੇ ਕੋਈ ਨੌਲੇਜ ਨਹੀਂ ਹੈ। ਬੱਚੇ ਬਹੁਤ ਕੁਝ ਜਾਣਕਾਰੀ ਪ੍ਰਾਪਤ ਕਰੀ ਬੈਠੇ ਹੈ, ਰਸ ਕਸਾਂ ਦੇ ਵਿੱਚ ਪਏ ਹੋਏ ਹੈ। ਇੱਥੋਂ ਆਨਲਾਈਨ ਆਹ ਮਿਲ ਜਾਂਦਾ, ਇੱਥੋਂ ਆਨਲਾਈਨ। ਇਹ ਬੱਚੇ ਸਾਰਾ ਦਿਨ ਇਸ ਪਾਸੇ ਆਪਣਾ ਟਾਈਮ ਬਤੀਤ ਕਰਦੇ। ਰੱਬ ਨੂੰ ਜਪਣਾ ਹੈ, ਇਸ ਗੱਲ ਦੀ ਸਮਝ ਨਹੀਂ ਹੈ। ਗਿਆਨ ਧਿਆਨ ਗੁਣ ਸੰਜਮ ਨਾਹੀ,
ਜਨਮ ਮਰੋਗੇ ਝੂਠੇ। ਮਹਾਰਾਜ ਕਹਿੰਦੇ ਨਾ ਗਿਆਨ ਹੈ, ਨਾ ਧਿਆਨ ਹੈ, ਨਾ ਚੰਗੇ ਗੁਣ ਨੇ, ਨਾ ਕੋਈ ਸੰਜਮ ਹੈ ਜੀਵਨ 'ਚ। ਜਨਮ ਮਰੋਗੇ ਝੂਠੇ, ਝੂਠ ਨਾਲ ਜੁੜ ਕੇ ਜਮਨ ਮਰਨ ਦੇ ਗੇੜ 'ਚ ਭਾਈ ਪੈ ਜਾਓਗੇ। ਤੀਰਥ ਵਰਤ ਸੁਚ ਸੰਜਮ ਨਾਹੀ, ਕਰਮ ਧਰਮ ਨਹੀਂ ਪੂਜਾ। ਮਹਾਰਾਜ ਕਹਿੰਦੇ ਨਾ ਤੀਰਥਾਂ ਤੇ ਜਾਣ ਦੀ, ਕੋਈ ਬੱਚਿਆਂ ਨੂੰ ਲਿਜਾਓ ਹਾਂ ਕਿਤੇ, ਚਲੋ ਭਾਈ ਆਪਾਂ ਇੰਨੇ ਦਿਨ ਯਾਤਰਾ ਤੇ ਜਾਣਾ, ਤੁਹਾਡੇ ਨਾਲ ਨਹੀਂ ਜਾਣਗੇ ਤਾਂ ਸਾਡੇ ਤੋਂ ਮੋਬਾਈਲ ਛੁੱਟ ਜਾਣਾ। ਉਹ ਤੁਹਾਡੇ ਨਾਲ ਤੁਰਨਗੇ ਵੀ ਉੱਥੇ ਜਾ ਕੇ ਚੌਂਕੜਾ ਮਾਰ ਕੇ, ਸਾਨੂੰ ਸਾਡੇ ਬੱਚਿਆਂ ਨੂੰ ਚੌਂਕੜਾ ਮਾਰ ਕੇ ਨਹੀਂ ਬੈਠਿਆ ਜਾਂਦਾ। ਮਹਾਰਾਜ ਕਹਿੰਦੇ ਨਾ ਤੀਰਥਾਂ ਤੇ ਜਾ ਕੇ ਕੋਈ ਉਪਦੇਸ਼ ਲੈ ਸਕੇ, ਨਾ ਕੋਈ ਝੂਠ ਫਰੇਬ ਚੁਗਲੀ ਨਿੰਦਿਆ ਦਾ ਵਰਤ ਰੱਖ ਸਕੇ, ਨਾ ਕੋਈ ਆਪਣੇ ਆਪ ਨੂੰ ਅੰਦਰੋਂ ਪਵਿੱਤਰ ਕਰਨ ਦਾ ਯਤਨ ਕੀਤਾ, ਨਾ ਕੋਈ ਸੰਜਮ ਰੱਖਿਆ, ਨਾ ਕੋਈ ਚੱਜ ਦਾ ਕਰਮ ਕੀਤਾ, ਨਾ ਧਰਮ ਕਮਾਇਆ, ਤੇ ਨਾ ਹੀ ਗੁਰੂ ਤੇ ਰੱਬ ਦੀ ਪੂਜਾ ਕਰ ਸਕੇ। ਸਮਾਂ ਹੈ ਪਰ ਇਸ ਗੱਲੋਂ ਅਸੀਂ ਅਵੇਸਲੇ ਹਾਂ ਜੀ। ਨਾਨਕ ਭਾਈ ਭਗਤ ਨਿਸਤਾਰਾ, ਤੁਬਦਾ ਵਿਆਪੈ ਦੂਜਾ। ਮਹਾਰਾਜ ਕਹਿੰਦੇ ਭਾਏ ਭਗਤ ਨਿਸਤਾਰਾ, ਭਗਤੀ ਨਾਲ ਪ੍ਰੇਮ ਕੀਤੇ ਸਾਡਾ ਨਿਸਤਾਰਾ ਹੋਣਾ ਜੀ। ਦੁਬਦਾ ਵਿਆਪੈ ਦੂਜਾ, ਦੁਬਦਾ 'ਚ ਪੈ ਕੇ ਮਨੁੱਖ ਦੂਜੇ ਨਾਲ ਜੁੜ ਜਾਂਦਾ ਹੈ। ਇਹ ਦੁਬਦਾ ਹੀ ਤੇ ਹੈ। ਤੇ ਮਹਾਰਾਜ ਕਹਿੰਦੇ ਪ੍ਰੇਮ ਨਾਲ ਭਗਤੀ ਕਰਨ ਵਾਲੇ ਭਾਵਸਾਗਰ ਤੋਂ ਪਾਰ ਹੋਣਗੇ ਜੀ। ਤੀਜੈ ਪਹਿਰੈ ਰੈਣ ਕੈ ਬਣ ਜਾਰਿਆ ਮਿਤਰਾ, ਸਰ ਹੰਸ ਨਥੜੇ ਆਏ। ਜਦੋਂ ਤੀਜਾ ਪਹਿਰ ਆਇਆ ਜੀਵਨ ਦਾ, ਮਹਾਰਾਜ ਕਹਿੰਦੇ ਸਰ ਸਿਰ ਹੰਸ ਉਹ ਲਥੜੇ ਆਏ, ਕਹਿੰਦੇ ਧੌਲੇ ਆ ਗਏ ਜੀ, ਚਿੱਟੇ ਹੰਸਾਂ ਵਰਗੇ ਕੇਸ ਜਿਹੜੇ ਹੋ ਜਾਂਦੇ, ਕਾਲੀ ਹੁਣ ਫੁੱਲ ਧੌਲੇ ਆਏ। ਬੱਗ ਜਾਂ ਮਹਾਰਾਜ ਨੇ ਬੱਗ ਵੀ ਸ਼ਬਦ ਵਰਤਿਆ ਵੀ। ਮਹਾਰਾਜ ਕਹਿੰਦੇ ਭਾਈ ਹੁਣ ਤੂੰ ਜਵਾਨੀ ਤੋਂ ਲੰਘ ਗਿਆ ਹੈ, ਹੁਣ ਤੇ ਜਿਹੜੇ ਧੌਲੇ ਆਉਣੇ ਸ਼ੁਰੂ ਹੋ ਗਏ ਹਨ। ਯੋਬਨ ਘਟੈ ਜਰੂਆ ਜਿਣੈ, ਬਣ ਜਾਰਿਆ ਮਿਤਰਾ, ਆਪ ਘਟੈ ਦਿਨ ਜਾਏ। ਸਰੀਰਕ ਬਲ ਘਟਦਾ ਜਾਂਦਾ, ਬੁਢੇਪਾ ਸਰੀਰ ਨੂੰ ਜਿੱਤ ਰਿਹਾ ਹੈ। ਆਪ ਘਟੇ ਦਿਨ ਜਾਏ, ਉਮਰ ਘਟਦੀ ਜਾਂਦੀ, ਦਿਨ ਤੇ ਪਹਿਰ ਪਹਿਰ ਤੇ ਘਲੀਆਂ, ਆਪ ਘਟੇ ਤਨ ਸੀਜੇ। ਮਹਾਰਾਜ ਕਹਿੰਦੇ ਪਹਿਲਾਂ ਵਾਲਾ ਹੁਣ ਬਲ ਨਹੀਂ ਰਿਹਾ ਸਰੀਰ ਦੇ ਅੰਦਰ, ਬੁਢੇਪਾ ਨੇੜੇ ਤੁਰਿਆ ਹੁੰਦਾ ਤੇ ਉਮਰ ਬੇੜੀ ਬਿਲਕੁਲ ਜਿਹੜੀ ਬਾਕੀ ਘੱਟ ਹੈ ਥੋੜੀ। ਵੈਸੇ ਇਹ ਨਹੀਂ ਹੈ ਵੀ ਜਵਾਨੀ ਲੰਘ ਗਈ ਤੇ ਅਸੀਂ ਸਮਝਣਾ ਵੀ ਉਮਰ ਸਾਡੇ ਕੋਲੋਂ ਥੋੜੀ ਰਹਿ ਗਈ। ਮਹਾਰਾਜ ਤੇ ਕਹਿੰਦੇ ਕੀ ਪਤਾ ਕਿਹਦੇ ਕੋਲ ਕਿੰਨਾ ਕੁ ਸਮਾਂ ਬਾਰੇ ਬੂਢੇ ਤਰੁਨੇ ਭਈਆ ਸਾਬੂ ਨੂੰ ਜਾਮ ਲੈ ਜਾਈ ਹੈ। ਵੇ ਮਤ ਸੋਚੀਏ 10 ਸਾਲਾਂ ਦੇ ਹੈ ਤੇ 90 ਸਾਲ ਹੋਰ ਹੋਣਗੇ, 20 ਸਾਲਾਂ ਦੇ 80 ਸਾਲ ਹੋਰ ਹੈ, ਜਾਂ 60 ਸਾਲਾਂ ਦੇ ਆ ਤੇ 40 ਸਾਲ ਹੋਰ ਹੈ। ਮਤ ਸੋਚੀਏ। ਗੁਰੂ ਰਾਮਦਾਸ ਜੀ ਕਹਿੰਦੇ ਹਰ ਜਪਦਿਆਂ ਖਿਨ ਢੇਲਣਾ ਕੀਜੇ ਮੇਰੀ ਜਿੰਦੜੀਏ, ਮਤ ਕੇ ਜਾਪੇ ਸਾਹ ਆਵੇ ਕੇ ਨਾ ਆਵੇ ਰਾਮ। ਅੱਗਾ ਨੇੜੇ ਆਇਆ ਪਿੱਛਾ ਰਿਹਾ। ਮਹਾਰਾਜ ਕਹਿੰਦੇ ਮੌਤ ਨਜ਼ਦੀਕ ਹੈ। ਅੰਤ ਕਾਲ ਪਸ਼ੂ ਦਾਸੇ ਅੰਦੋਲੇ, ਜਾ ਜਮ ਪਕੜ ਚਲਾਇਆ। ਕੋੜ ਬੰਦਾ ਜਪਦਾ ਨਹੀਂ ਹੈ ਤੇ ਗਿਆਨ ਢੋਈਦਾ ਅੰਨਾ ਮਨੁੱਖ ਫਿਰ ਅਖੀਰ ਦੇ ਸਮੇਂ ਪਛਤਾਉਂਦੇ, ਜਦੋਂ ਜਮਾਂ ਦੀ ਮਾਤ ਪੈਂਦੀ ਹੈ, ਜਦੋਂ ਜਮ ਪਕੜ ਲੈਂਦੇ ਹਨ। ਸਭ ਕਿਛ ਆਪਣਾ ਕਰ ਕਰ ਰੱਖਿਆ, ਫਿਰ ਮਹਿ ਭਇਆ ਪਰਾਇਆ। ਮਹਾਰਾਜ ਕਹਿੰਦੇ ਜੋ ਆਪਣਾ ਕਰ ਕਰਕੇ ਅਸੀਂ ਜੋੜਿਆ ਨਾ, ਜੋ ਕੁਝ ਖੀਰ ਨੂੰ ਸਭ ਕੁਝ ਪਰਾਇਆ ਹੋ ਜਾਣਾ। ਕੀ ਸਾਡੇ ਨਾਲ ਕੁਝ ਜਾਣ ਵਾਲਾ ਹੈ? ਥੋੜੀ ਥੋੜੀ ਚੀਜ਼ ਮਨੁੱਖ ਜੋੜਦਾ ਹੈ, ਬਚਾਉਂਦਾ ਹੈ ਵੀ ਚਲੋ ਇੱਕ ਦਿਨ 'ਚ 100 ਰੁਪਈਆ ਜਿਹੜਾ ਹੁਣ ਕਈਆਂ ਨੇ ਬੀਮੇ ਕਰਵਾਏ ਹੋਏ ਨੇ, ਕਈ ਵੈਸੇ ਕਦੇ ਕਦੇ ਲਾ ਕੇ ਬੈਠੇ ਆ ਭਾਈ ਥੋੜ੍ਹਾ ਥੋੜ੍ਹਾ ਖਰਚਾ ਸਾਨੂੰ ਕੱਢਣਾ ਚਾਹੀਦਾ ਹੈ। ਮਹਾਰਾਜ ਕਹਿੰਦੇ ਹੈ ਕੌਡੀ ਕੌਡੀ ਜੋਰ ਕਹਿ ਜੋਰ ਹੈ ਨਾਗ ਕਰੋੜ। ਕੌਡੀ ਕੌਡੀ ਕੱਢੀ ਤੇ ਲੱਖਾਂ ਕਰੋੜਾਂ ਤੱਕ ਇਕੱਠੇ ਕਰ ਲਏ। ਔਰ ਮਹਾਰਾਜ ਨੇ ਅਗਲੇ ਬਚਨ ਕਹੇ ਚਲਤੀ ਬਾਰ ਨਾ ਕਾਸ਼ ਮਿਲਿਓ। ਜਦੋਂ ਗਿਆ ਇੱਥੋਂ ਨਾ ਕੌਡੀ ਗਈ ਨਾ ਲੱਖਾਂ ਕਰੋੜਾਂ ਗਏ। ਲਈ ਲੰਗੋਟੀ, ਉਹਦੇ ਇੱਕ ਲੰਗੋਟੀ ਕਿਹੜੀ ਨਾਲ ਜਾਂਦੀ ਹੈ ਜੀ? ਚਲੋ ਤਨ ਤੇ ਨਗੇਜ ਤੇ ਸਾਡਾ ਢੱਕਿਆ ਜਾਂਦਾ ਹੈ, ਉਹ ਬੇਢੰਗਾ ਜਿਹਾ ਕੱਪੜਾ ਸਾਡੇ ਸਰੀਰ ਤੇ ਪਾਇਆ ਜਾਣਾ, ਉਹਦੇ ਨਾਲ ਨਗੇਜ ਢੱਕਿਆ ਜਾਂਦਾ। ਉਹ ਲੰਗੋਟੀ ਵੀ ਪਹਿਲਾਂ ਹੀ ਉਹਦੇ ਇਕੱਠੀ ਹੋ ਜਾਂਦੀ, ਜਦੋਂ ਹਵਾ ਦਾ ਮਾੜਾ ਜਿਹਾ ਸੇਕ, ਅੱਗ ਦਾ ਹਵਾ ਨਾਲ ਮਾੜਾ ਜਿਹਾ ਸੇਕ ਪੈਂਦਾ, ਉਹ ਕੱਪੜਾ ਤੇ ਪਹਿਲਾਂ ਹੀ ਇਕੱਠਾ ਹੋ ਜਾਂਦਾ। ਮਹਾਰਾਜ ਕਹਿੰਦੇ ਜਿਹੜੇ ਕੌਡੀ ਕੌਡੀ ਕਰਕੇ ਜੋੜੇ ਹਨ, ਥੋੜੇ ਥੋੜੇ ਕਰਕੇ ਜੋੜੇ ਹਨ, ਅੰਤ ਨੂੰ ਭਾਈ ਇਹਨਾਂ ਚੋਂ ਨਾਲ ਕੁਝ ਨਹੀਂ ਜਾਂਦਾ, ਸਭ ਕੁਝ ਪਰਾਇਆ ਹੋ ਜਾਂਦਾ ਹੈ। ਬੁੱਧ ਵਿਸਰਜੀ
ਗਈ ਸਿਆਣ। ਹੁਣ ਅਗਲੀ ਅਵਸਥਾ ਆ ਜਾਂਦੀ, ਬੁੱਧ ਵਿਸਰ ਜਾਂਦੀ ਹੈ, ਸਿਆਣਪ ਚਲੀ ਜਾਂਦੀ ਹੈ। ਕਈ ਵਾਰੀ ਬਜ਼ੁਰਗ ਜਵਾਕਾਂ ਵਰਗਾ ਹੋ ਜਾਂਦਾ ਹੈ, ਉਹਨੂੰ ਸਮਝ ਕੋਈ ਨਹੀਂ ਲੱਗਦੀ ਕੀ ਬੋਲਣਾ ਹੈ। ਉਹਨੂੰ ਕਈ ਵਾਰੀ ਆਪਣੀ ਸਰੀਰ ਦੀ ਕਿਰਿਆ ਦਾ ਵੀ ਨਹੀਂ ਪਤਾ ਲੱਗਦਾ। ਜਿਵੇਂ ਬੱਚੇ ਨੂੰ ਨਹੀਂ ਨਾ ਪਤਾ ਲੱਗਦਾ, ਉਹ ਮਾਂ ਪ੍ਰਸ਼ਾਦਾ ਛਕ ਰਹੀ ਹੁੰਦੀ ਹੈ, ਬੱਚਾ ਮੁਕਲ 'ਚ ਪਿਆ ਹੁੰਦਾ ਤੇ ਪ੍ਰਸ਼ਾਦਾ ਛਕਦੇ ਸਮੇਂ ਹੀ ਮਾਂ ਪ੍ਰਸ਼ਾਦਾ ਛਕਦੀ ਉਹ ਬੱਚਾ ਆਪਣੀ ਕਿਰਿਆ ਕਰ ਦਿੰਦੇ ਸਰੀਰ ਦੀ। ਇਸ ਤਰ੍ਹਾਂ ਬਜ਼ੁਰਗ ਨੂੰ ਵੀ ਨਹੀਂ ਪਤਾ। ਮਹਾਰਾਜ ਕਹਿੰਦੇ ਬੁੱਧ ਵਿਸਰ ਜਾਂਦੀ ਹੈ, ਭਾਵ ਕਿ ਮੱਤ ਹੌਲੀ ਪੈ ਜਾਂਦੀ, ਸਿਆਣਪ ਚਲੀ ਜਾਂਦੀ ਹੈ। ਕਰ ਅਵਗਣ ਪਛਤਾਏ। ਪਹਿਲਾਂ ਅਵਗਣ ਕੀਤੇ, ਹੁਣ ਪਛਤਾਵਾ ਪੱਲੇ ਰਹਿ ਗਿਆ ਜੀ। ਕਹੁ ਨਾਨਕ ਪ੍ਰਾਣੀ ਤੀਜੈ ਪਹਿਰੈ ਪ੍ਰਭ ਚੇਤੋ ਲਿਵ ਉਹ ਲਾਇ। ਭਾਈ ਜੇ ਤੀਜਾ ਪੈਰ ਆ ਗਿਆ ਨਾ, ਚੇਤੋ ਲਿਵ ਲਾਏ, ਸੁਰਤ ਜੋੜ ਕੇ ਜਪੋ ਉਸ ਨੂੰ ਜੀ। ਚੌਥੇ ਪਹਿਰੈ ਰਹਿਣ ਕੈ ਵਣਜਾਰਿਆ ਮਿਤਰਾ। ਹਾਂ ਵਣਜਾਰੇ ਮਿੱਤਰ, ਚੌਥਾ ਪੈਰ ਜੀਵਨ ਦਾ। ਬਿਰਧ ਪਿਆ ਤਨ ਖੀਰ। ਕਹਿੰਦੇ ਬੁੱਢਾ ਹੋ ਗਿਆ ਤੂੰ, ਤਨ ਹਿੱਲਣ ਲੱਗ ਪਿਆ, ਸਿਰ ਕੰਪਿਓ, ਪੱਗ ਡਾਗ ਪਾਗੇ, ਨੈਣ ਜੋਤ ਤੇ ਹੇਣ। ਇੱਕ ਕੋ ਡੇਢ ਕੋ ਬਣ ਜਾਂਦਾ ਬਜ਼ੁਰਗ ਵਾਸਤੇ। ਮਹਾਰਾਜ ਕਹਿੰਦੇ ਹੁਣ ਭਾਈ ਤੂੰ ਬਜ਼ੁਰਗ ਹੋ ਗਿਆ ਹੈ। ਅੱਖੀ ਅੰਧ ਨਾ ਦਿਸਾਈ ਵਣਜਾਰਿਆ ਮਿਤਰਾ। ਕੰਨੀ ਸੁਣੈ ਨਾ ਵੈਣ। ਅੱਖਾਂ ਤੋਂ ਅੰਨਾ ਹੋ ਗਿਆ ਬਣ ਜਾਂਦਿਆ ਮਿੱਤਰਾ, ਤੈਨੂੰ ਦਿਸਣਾ ਕੋਈ ਨਹੀਂ, ਕੰਨੀ ਸੁਣੇ ਨਾ ਵੈਣ। ਵੈਣ ਦਾ ਅਰਥ ਹੈ ਗੱਲ ਦਾ, ਵੈਣ ਦਾ ਅਰਥ ਹੈ ਗੀਤ ਕਹਿ ਲਓ, ਬਾਣੀ ਕਹਿ ਲਓ, ਕਥਾ ਕਹਿ ਲਓ, ਫਿਰ ਤੇ ਸੁਣਨਾ ਹੀ ਨਹੀਂ ਹੈ, ਫਿਰ ਤੇ ਕਿਸੇ ਦੀ ਆਵਾਜ਼ ਵੀ ਨਹੀਂ ਸੁਣਦੀ। ਮਹਾਰਾਜ ਕਹਿੰਦੇ ਇਸ ਅਵਸਥਾ 'ਚ ਇਹੋ ਜਿਹੀ ਹਾਲਤ ਬਣ ਜਾਂਦੀ ਹੈ। ਅੱਖੀ ਅੰਧ ਜੀਭ ਰਸ ਨਾਹੀ। ਅੱਖਾਂ ਤੋਂ ਅੰਨਾ ਹੋ ਜਾਂਦਾ ਮਨੁੱਖ, ਜੀਭ ਵੀ ਰਸ ਟੇਸਟ ਦੱਸਣਾ ਬੰਦ ਕਰ ਦਿੰਦੀ ਹੈ। ਰਸ ਚੱਖੇ ਹੀ ਬੜੇ ਨਾ ਜ਼ੁਬਾਨ ਨੇ, ਫਿਰ ਥੱਕ ਜਾਂਦੀ ਹੈ, ਉਹ ਟੇਸਟ ਹੀ ਨਹੀਂ ਦੱਸਦੀ ਹੈ। ਰਹੇ ਪੁਰਾਤੋ ਤਾਣ। ਮਹਾਰਾਜ ਕਹਿੰਦੇ ਬਾਲ ਹੁਣ ਤਾਣ ਜਿਹੜਾ ਨਾ ਖਤਮ ਹੋ ਗਿਆ, ਹੁਣ ਬਾਲੀ ਹੁਣ ਹੋ ਕੇ ਮੰਜੇ ਤੇ ਬਹਿ ਗਿਆ ਜੀ। ਗੁਣ ਅੰਤਰ ਨਾਹੀ ਕਿਉ ਸੁਖ ਪਾਵੈ। ਮਹਾਰਾਜ ਕਹਿੰਦੇ ਅੰਦਰ ਗੁਣ ਨਹੀਂ ਤੇ ਹੁਣ ਸੁੱਖ ਕਿਵੇਂ ਮਿਲੇਗਾ। ਮਨ ਮੁਖ ਆਵਣ ਜਾਣ। ਮਨ ਮੁਖ ਦਾ ਫਿਰ ਆਉਣ ਜਾਣ ਦਾ ਗੇੜ ਬਣਿਆ ਰਹਿੰਦਾ ਹੈ। ਖੜ ਪੱਕੀ ਗੁੜ ਭੱਜੈ ਬਿਨਸੈ। ਜਦੋਂ ਖੜ ਪੱਕੀ ਕਣਕ ਪੱਕ ਜਾਂਦੀ ਨਾ, ਗੁੜ ਭੱਜੈ ਬਿਨਸੇ, ਜਿਹੜਾ ਨਾੜ ਰਹਿ ਜਾਂਦਾ ਨਾ ਉਹ ਸੁੱਕ ਕੇ ਫਿਰ ਭੁਰਨਾ ਸ਼ੁਰੂ ਹੋ ਜਾਂਦਾ ਹੈ। ਆਈ ਚੱਲੈ ਕਿਆ ਮਾਨ। ਕਹਿੰਦੇ ਆਏ ਸੀ ਚੱਲੇ, ਮਾਣ ਕਿਸ ਗੱਲ ਦਾ ਜੀ। ਕਹੁ ਨਾਨਕ ਪ੍ਰਾਣੀ ਚੌਥਾ ਪਹਿਰੈ ਗੁਰਮੁਖ ਸ਼ਬਦ ਪਛਾਣ। ਉਹ ਭਲਿਆ ਚੌਥਾ ਪੈਰ ਆ ਗਿਆ, ਸ਼ਬਦ ਦੀ ਪਛਾਣ ਕਰ ਲੈਣਾ ਕਾਦ। ਓੜਕ ਆਇਆ ਤਿਲ ਸਾਹਿਆ ਵਣਜਾਰਿਆ ਮਿਤਰਾ। ਜਰ ਜਰਵਾਣਾ ਕੰਨ। ਮਹਾਰਾਜ ਕਹਿੰਦੇ ਉਹ ਸ਼ਾਹ ਵਣਜਾਰੇ ਜਾਣ ਦਾ ਸਮਾਂ ਆ ਗਿਆ। ਜਦ ਜਰਵਾਣਾ ਕੰਨ, ਜਦ ਬੜੇਪਾ, ਜਰਵਾਣਾ ਤਾਕਤਵਰ ਹੋ ਗਿਆ। ਤੇ ਚਲੋ ਇਹਦਾ ਕੰਨ ਦਾ ਅਰਥ ਪਹਿਲਾਂ ਆਪਾਂ ਵੀ ਮਹਾਰਾਜ ਕਹਿੰਦੇ ਸੁਣਦਾ ਕੁਝ ਨਹੀਂ ਹੈ। ਫਿਰ ਕੰਨ ਦਾ ਅਰਥ ਮੋਢਾ ਵੀ ਹੁੰਦਾ ਹੈ। ਫਿਰ ਮੋਢਿਆਂ ਤੇ ਚੜ੍ਹ ਕੇ ਦੇਖੋ ਬੰਦਾ ਚੱਲਿਆ ਚੌਹ ਜਣਿਆਂ ਦਾ ਕੰਨ, ਚਾਰ ਜਣਿਆਂ ਦੇ ਮੋਢਿਆਂ ਤੇ ਚੜ੍ਹ ਕੇ ਫਿਰ ਤੁਰ ਜਾਂਦਾ ਹੈ। ਹੁਣ ਭਾਈ ਕੁਝ ਨਹੀਂ, ਆਪਦੇ ਧਰਮ ਕੀ ਆਸ ਕਰਨੇ। ਹੁਣ ਜਦੋਂ ਇੰਦਰੇ ਥੱਕ ਕੇ, ਅੱਖਾਂ ਤੋਂ ਦਿਸਦਾ ਨਹੀਂ ਹੈ, ਕੰਨਾਂ ਤੋਂ ਸੁਣਦਾ ਨਹੀਂ ਹੈ, ਕਿਰਿਆ ਤੋਂ ਕਰਨ ਜੋਗਾ ਨਹੀਂ ਰਿਹਾ। ਮਹਾਰਾਜ ਕਹਿੰਦੇ ਹੁਣ ਤੇ ਅਗਲਾ ਪਾਸਾ ਆ ਗਿਆ ਭਾਈ, ਤੂੰ ਜਪਿਆ ਤੇ ਹੈ ਹੀ ਨਹੀਂ। ਇਕ ਰਤੀ ਗੁਰ ਨਾ ਸਮਾਣਿਆ ਵਣਜਾਰਿਆ ਮਿਤਰਾ। ਅਵਗਣ ਖੜਸਨ ਬੰਦ। ਰਤੀ ਭਰ ਵੀ ਤੂੰ ਗੁਰ ਨੇ ਧਾਰਨ ਕੀਤਾ ਹੈ। ਅਵਗਣ ਦੇ ਅੰਦਰ ਤੇ ਫਿਰ ਉਹ ਖੜਸਨ ਬੰਨ ਜਪ ਬੰਨ ਕੇ ਲੈ ਜਾਂਦੇ ਆ। ਜੋ ਗੁਣ ਹੁੰਦੇ ਫਿਰ ਉਹਨਾਂ ਨੇ ਹੱਥ ਜੋੜ ਕੇ ਕਹਿਣਾ ਹੈ ਆਓ ਜੀ ਤੁਹਾਡਾ ਸਮਾਂ ਤੇ ਅਸੀਂ ਵੀ ਤਿਆਰ ਹੋਣਾ ਹੈ ਜੀ, ਸਮਾਂ ਆ ਗਿਆ। ਤੇ ਜਿਹੜੇ ਮਨਮੁਖ ਨੇ ਉਹਨਾਂ ਨੂੰ ਬੰਨ ਕੇ ਲਿਜਾਣਾ ਪੈਂਦਾ ਹੈ। ਉਹ ਜਿਹੜੇ ਪਾਪ ਕਰਦੇ ਨੇ ਪੁਲਿਸ ਵਾਲੇ ਫਿਰ ਉਹਨਾਂ ਨੂੰ ਹੱਥ ਕੜੀਆਂ ਲਾ ਕੇ ਲਿਜਾਂਦੇ। ਤੇ ਜਿਹੜਾ ਜਿਹਨੇ ਕੀਤਾ ਹੀ ਕੁਝ ਨਹੀਂ ਉਹ ਤੁਰ ਪੈਂਦਾ ਸੁਰਖ ਨੂੰ, ਕਹਿੰਦਾ ਚਲੋ ਭਾਈ ਉੱਥੇ ਮੈਂ ਜਾ ਕੇ ਗਵਾਹੀ ਭਰਦਾ, ਕੋਈ ਦੋਸ਼ ਹੋਏਗਾ ਤਾਂ ਫਿਰ ਮੈਨੂੰ ਕਿਉਂ ਜੀ। ਗੁਣ ਸੰਜਮ ਜਾਵੈ ਚੋਟ ਨਾ ਖਾਵੈ। ਜਿਹੜਾ ਗੁਣਾ ਸਹਿਤ ਸੰਜਮ ਵਾਲਾ ਜੀਵਨ ਜੋ ਕੇ ਜਾਏਗਾ ਉਹਦੇ ਸਿਰ ਤੇ ਚੋਟਾਂ ਨਹੀਂ ਪੈਂਦੀਆਂ ਹਨ। ਨਾ ਤਿਸ ਜੰਮਣ ਮਰਨਾ। ਉਹਨੂੰ ਜੰਮਣ ਮਰਨ ਦੇ ਗੇੜ 'ਚ ਵੀ ਨਹੀਂ ਆਉਣਾ ਪਏਗਾ। ਕਾਲ ਜਾਲ ਜਮ ਜੋਹੇ ਨਾ ਸਕੈ। ਨਾ ਉਹਨੂੰ ਮੌਤ ਤੇ ਨਾ ਉਹਨੂੰ ਆ ਜਿਹੜਾ ਜਾਲ
ਮਾਇਆ ਮੋਹ ਦਾ ਉਹ ਜੋ ਨਹੀਂ ਸਕਦਾ ਹੈ। ਭਾਏ ਭਗਤ ਪੈ ਤਰਨਾ ਉਹਨੇ ਪ੍ਰੇਮ ਨਾਲ ਭਗਤੀ ਕੀਤੀ, ਉਹ ਤਰੇਗਾ ਭਵ ਸਾਗਰ ਤੋਂ ਜੀ। ਪਤ ਸਿੱਧੀ ਜਾਵੇ ਸਹਿਜ ਸਮਾਵੈ। ਉਹ ਫਿਰ ਇੱਜ਼ਤ ਨਾਲ, ਪਤ ਦਾ ਅਰਥ ਇੱਜ਼ਤ ਹੈ, ਇੱਜ਼ਤ ਨਾਲ ਜਾਂਦਾ ਹੈ ਸੰਸਾਰ ਤੋਂ, ਸਹਿਜ ਹੀ ਉਹਦੇ ਵਿੱਚ ਸਮਾ ਜਾਂਦਾ ਹੈ। ਸਗਲੇ ਦੁਖ ਮਿਟਾਵੈ ਉਹਦੇ ਸਾਰੇ ਦੁੱਖ ਮਿਟ ਜਾਂਦੇ, ਉਹ ਆਪਣੇ ਦੁੱਖਾਂ ਨੂੰ ਮਿਟਾ ਲੈਂਦੇ। ਸਭ ਤੋਂ ਵੱਡਾ ਜਨਮ ਮਰਨ ਦਾ ਦੁੱਖ ਹੈ, ਉਹ ਫਿਰ ਦੁੱਖ ਮਿਟ ਜਾਂਦਾ ਹੈ। ਕਹੋ ਨਾਨਕ ਪ੍ਰਾਣੀ ਗੁਰਮੁਖ ਛੂਟੈ। ਮਹਾਰਾਜ ਕਹਿੰਦੇ ਪ੍ਰਾਣੀ ਜਿਹੜਾ ਗੁਰਮੁਖ ਬਣ ਜਾਂਦਾ ਉਹ ਫਿਰ ਛੁੱਟ ਜਾਂਦਾ ਹੈ ਬੰਧਨਾਂ ਤੋਂ। ਸਾਚੇ ਤੇ ਪਦ ਪਾਵੈ। ਉਹ ਸੱਚ ਨਾਲ ਜੁੜ ਕੇ ਇੱਜ਼ਤ ਪ੍ਰਾਪਤ ਕਰ ਲੈਂਦਾ, ਪਦ ਪ੍ਰਾਪਤ ਕਰ ਲੈਂਦਾ। ਇੰਨੀਆਂ ਕੁ ਬੇਨਤੀਆਂ ਜੀ ਸੰਖੇਪ ਵਿਚਾਰ ਆਪਾਂ ਨੇ ਕੀਤੀ ਹੈ ਸ਼ਬਦ ਦੀ। ਅੱਜ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਹੈ। ਆਓ ਕੁਝ ਕੁ ਬੇਨਤੀਆਂ ਦਾਸ ਆਪ ਜੀਆਂ ਨਾਲ ਸਾਂਝੀਆਂ ਕਰੇਗਾ ਤੇ ਕਿਰਪਾ ਕਰਿਓ, ਇਕਾਗਰਤਾ ਬਖਸ਼ ਕਰਿਓ। ਇੱਕ ਵਾਰੀ ਫਿਰ ਫਤਿਹ ਦੀ ਸਾਂਝ ਪਾਈਓ, ਉਚਾਰਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 1601 ਚ ਜੇ ਆਪਾਂ ਇਤਿਹਾਸ ਵਾਚੀਏ ਤੇ ਕਹਿੰਦੇ ਵੀ ਮਹਾਰਾਜ ਬੈਠੇ ਨੇ ਗੁਰੂ ਅਰਜਨ ਸਾਹਿਬ ਜੀ ਹਰਿਮੰਦਰ ਸਾਹਿਬ ਦੀ ਉਸਾਰੀ ਮਹਾਰਾਜ ਨੇ ਕਰਵਾਈ ਹੈ। ਬੜੀਆਂ ਸੰਗਤਾਂ ਸੇਵਾਵਾਂ ਕਰਨ ਜਾਂਦੀਆਂ ਤੇ ਸਤਿਗੁਰਾਂ ਨੇ ਕੀਰਤਨ ਆਰੰਭ ਕਰਵਾ ਦਿੱਤਾ ਹਰਿਮੰਦਰ ਸਾਹਿਬ ਦੇ ਅੰਦਰ। ਕਹਿੰਦੇ ਇੱਕ ਦਿਨ ਰਾਗੀ ਸਿੰਘਾਂ ਨੇ ਇੱਕ ਸ਼ਬਦ ਉਹ ਪੜ੍ਹਿਆ ਜਿਹੜੀ ਕੱਚੀ ਬਾਣੀ ਆ। ਵੈਸੇ ਤੇ ਰਲਾ ਜਿਹੜਾ ਗੁਰੂ ਅਮਰਦਾਸ ਮਹਾਰਾਜ ਦੇ ਸਮੇਂ ਹੋਣ ਲੱਗ ਪਿਆ ਸੀ ਬਾਣੀ 'ਚ। ਆਪਾਂ ਨੂੰ ਸਤਿਗੁਰਾਂ ਦੇ ਬਚਨ ਮਿਲਦੇ ਨੇ ਨਿਤਨੇਮ ਦੀ ਬਾਣੀ 'ਚੋਂ ਵੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਬਾਣੀ ਤਾਂ ਕੱਚੀ, ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਮਹਾਰਾਜ ਦੇ ਕਹਿਣ ਦਾ ਮਤਲਬ ਤੁਸੀਂ ਗੁਰੂ ਦੀ ਬਾਣੀ ਪੜ੍ਹੋ, ਜੇ ਪੜ੍ਹਨੀ ਹੈ, ਜੇ ਹੋਰ ਕੁਝ ਪੜ੍ਹਦੇ ਹੋ ਤੇ ਉਹ ਕੱਚੀ ਬਾਣੀ ਦਾ ਮਤਲਬ ਰਲਾ ਸੀ। ਸਮਾਂ ਅੱਗੇ ਚੱਲਦਾ, ਰਾਗੀ ਸਿੰਘਾਂ ਨੇ ਇੱਕ ਦਿਨ ਕਿਤੇ ਭੁਲੇਖੇ ਨਾਲ ਸ਼ਬਦ ਹਰਿਮੰਦਰ ਸਾਹਿਬ 'ਚ ਪੜ੍ਹ ਦਿੱਤਾ ਤੇ ਮਹਾਰਾਜ ਨੇ ਜਦੋਂ ਸ਼ਬਦ ਸੁਣਿਆ ਗੁਰੂ ਅਰਜਨ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਨੂੰ, ਬਾਬਾ ਬੁੱਢਾ ਜੀ ਨੂੰ ਸੱਦ ਕੇ ਕਿਹਾ, ਬਾਬਾ ਜੀ ਇਹ ਸ਼ਬਦ ਕਿਹਦਾ ਪੜ੍ਹਿਆ ਜਾ ਰਿਹਾ ਹਰਿਮੰਦਰ ਸਾਹਿਬ ਦੇ ਅੰਦਰ? ਕਹਿੰਦੇ ਜੀ ਗੁਰੂ ਨਾਨਕ ਸਾਹਿਬ ਦਾ ਨਾਮ ਆਇਆ, ਗੁਰੂ ਕਿਰਤ ਹੋ ਸਕਦੀ ਹੈ। ਮਹਾਰਾਜ ਕਹਿੰਦੇ ਨਹੀਂ। ਦੱਸ ਕਈ ਵਾਰੀ ਬੇਨਤੀ ਕਰ ਚੁੱਕਿਆ ਹੈ ਵੀ ਇੱਕ ਸ਼ਬਦ ਸਾਨੂੰ ਮਿਲਦਾ ਹੈ, ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ। ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਦਾ ਸਾਨੂੰ ਭੁਲੇਖਾ ਪੈਂਦਾ, ਬਾਣੀ ਸ਼ਾਇਦ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਹੈ। ਇਹ ਬਾਬੇ ਪ੍ਰਿਥੀ ਚੰਦ ਦੇ ਪੁੱਤਰ ਵੇਦਵਾਨ ਦੀ ਬਾਣੀ ਹੈ ਔਰ ਜਿਹੜੀ ਕੱਚੀ ਬਾਣੀ ਹੈ। ਜਾਂ ਆਪ ਜੀ ਵਿਆਹ ਦੇ ਕਾਰਡ ਛਪਾਉਂਦੇ ਹੋ, ਦੱਸ ਨੇ ਅੱਗੇ ਵੀ ਇੱਕ ਦਿਨ ਬੇਨਤੀ ਕੀਤੀ ਸੀ, ਉਹਦੇ ਤੇ ਇੱਕ ਪੰਕਤੀ ਲਿਖੀ ਹੁੰਦੀ ਹੈ, ਸਤਿਗੁਰ ਦਾਤੇ ਕਾਜ ਰਚਾਇਆ ਆਪਣੀ ਮਿਹਰ ਕਰਾਈ ਦਾਸਾ ਕਾਰਜ ਆਪ ਸਵਾਰੇ। ਇਹ ਉਸ ਦੀ ਵਡਿਆਈ, ਉਹ ਵੀ ਕੱਚੀ ਬਾਣੀ ਹੈ, ਉਹ ਕੋਈ ਕਿਤੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਪੰਕਤੀ ਨਹੀਂ ਹੈ। ਜਾਂ ਤੁਸੀਂ ਇੱਕ ਪੰਕਤੀ ਪੜ੍ਹਦੇ ਹੋ, ਫਰੀਦਾ ਕਬੀਰਾ ਜਬ ਹਮ ਆਏ ਜਗਤ ਮੈਂ, ਉਹ ਜਿਹੜੀ ਪੰਕਤੀ ਜਗ ਹੱਸਾ ਹਮ ਰੋਏ ਐਸੀ ਕਰਨੀ ਕਾਲ ਚਲੋ ਹਮ ਹੱਸ, ਇਹ ਵੀ ਹੁਣ ਗੁਰੂ ਗ੍ਰੰਥ ਸਾਹਿਬ 'ਚ ਪ੍ਰਮਾਣਿਤ ਬਾਣੀ ਨਹੀਂ ਹੈ। ਇਹ ਭਗਤ ਕਬੀਰ ਜੀ ਦੀ ਰਚਨਾ ਹੈ। ਭਗਤ ਕਬੀਰ ਜੀ ਦੀ ਇੰਨੀ ਬਾਣੀ ਹੈ, ਗੁਰੂ ਗ੍ਰੰਥ ਸਾਹਿਬ ਜਿੰਨਾ ਵਾਲੀਅਮ ਇਕੱਲੇ ਭਗਤ ਕਬੀਰ ਜੀ ਦਾ ਹੈ, ਪਰ ਬਾਣੀ ਉਹ ਸਤਿਗੁਰਾਂ ਨੇ ਲਈ ਜਿਹੜੀ ਬਾਣੀ ਗੁਰੂ ਨਾਨਕ ਸਾਹਿਬ ਦੇ ਆਸ਼ੇ ਅਨੁਸਾਰ ਢੁਕਦੀ ਸੀ। ਕੁਝ ਬਾਣੀਆਂ ਇਹੋ ਜਿਹੀ ਜਿਹੜੀ ਭੁਲੇਖੇ ਪਾਉਣ ਵਾਲੀ, ਮਹਾਰਾਜ ਨੇ ਉਹ ਬਾਣੀ ਜਿਹੜੀ ਨਹੀਂ ਦਰਜ ਕੀਤੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ। ਜਦੋਂ ਸਤਿਗੁਰਾਂ ਨੇ ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ ਨੂੰ ਕਿਹਾ ਵੀ ਇਹ ਤੇ ਰਲਾ ਫਿਰ ਬਹੁਤ ਵੱਡੇ ਪੱਧਰ ਤੇ ਹੋਏਗਾ ਜੇ ਹਰਿਮੰਦਰ ਸਾਹਿਬ ਤੱਕ ਅੱਜ ਇਹ ਸ਼ਬਦ ਪਹੁੰਚ ਗਏ ਆ। ਮਹਾਰਾਜ ਸੰਖੇਪ ਦਾਸ ਨੇ ਬੇਨਤੀ ਕਰਨੀ, ਇਤਿਹਾਸ ਬਹੁਤ ਮੇਰਾ ਪਿਛਲੀ ਵਾਰੀ ਆਪਣੀ ਰਿਕਾਰਡਿੰਗ ਵੀ ਹੋਈ ਸੀ, ਮੇਰੇ ਖਿਆਲ 4-5 ਦਿਨ ਦਾ ਇਤਿਹਾਸ ਪਿਆ। ਸਿਰਫ ਇਸ ਵਾਰ ਬੇਨਤੀ ਸੰਖੇਪ, ਕਿਉਂਕਿ ਆਪਾਂ ਲੜੀਵਾਰ ਵਿਚਾਰ ਜਿਹੜੀ ਕਰ ਰਹੇ ਹਾਂ, ਇੱਕ ਅੰਗ ਦੀ ਘੱਟ ਤੋਂ ਘੱਟ ਰੋਜ਼ ਦੀ ਆਪਾਂ ਵਿਚਾਰ ਸੁਣਦੇ ਹਾਂ। ਮਹਾਰਾਜ ਕਹਿੰਦੇ ਵੀ ਬਹੁਤ ਵੱਡਾ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਕਾਰਜ ਕਰਨਾ ਹੈ ਤੇ ਜਗ੍ਹਾ ਲੱਭੋ ਜਿੱਥੇ ਸ਼ਾਂਤੀ ਇਕਾਗਰਤਾ ਬਣੇ ਔਰ ਪਾਣੀ ਦਾ ਪ੍ਰਬੰਧ ਤੇ ਛਾਂ ਦਾ ਪ੍ਰਬੰਧ ਹੋਵੇ। ਫਿਰ ਖੋਜ ਕੀਤੀ ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ ਨੇ। ਆਪ ਜੀ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਹਰਿਮੰਦਰ ਸਾਹਿਬ ਦੇ ਨੇੜੇ ਜਾਂਦੇ ਹੋ ਤੇ ਕੰਧ ਨਾਲ ਕੰਧ ਲੱਗਦੀ ਹੈ ਰਾਮਸਰ ਗੁਰਦੁਆਰੇ ਦੀ, ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਹੁੰਦੀ ਹੈ। ਇਹ ਜਗ੍ਹਾ ਚੁਣੀ ਗਈ, ਇੱਥੇ ਇੱਕ ਤਲਾਬ ਬਣਿਆ ਸੀ, ਛਾਂ ਦਾ ਪ੍ਰਬੰਧ ਹੈ ਔਰ ਇੱਥੇ ਸ਼ਮਿਆਨੇ ਵੀ ਲਾਏ, ਤੰਬੂ ਕਨਾਤਾਂ ਲਾਈਆਂ ਗਈਆਂ। ਮਹਾਰਾਜ ਜੀ ਆਏ, ਭਾਈ ਬੰਨੂ ਜੀ ਦੀ ਸੇਵਾ ਲੱਗੀ ਹੈ ਵੀ ਤੁਸੀਂ ਸ਼ਾਹੀ ਤੇ ਕਲਮਾ ਘੱਟ ਕੇ ਦੇਣਾ ਹੈ। ਉਦੋਂ ਗੁਰਮੁਖ ਕੋਈ ਬਹੁਤ ਵੱਡੀ ਸੇਵਾ ਸੀ, ਇੱਕ ਕਲਮ ਨਾਲ ਸਿਰਫ ਇੱਕ ਅੰਗ ਲਿਖਿਆ ਜਾਂਦਾ ਸੀ, ਕਿਉਂਕਿ ਅੱਖਰਾਂ ਦੀ ਸ਼ੇਪ ਇੱਕੋ ਜਿਹੀ ਰੱਖੀ ਹੁੰਦੀ। ਜਦੋਂ ਕਲਮ ਜ਼ਿਆਦਾ ਚੱਲਦੀ ਤੇ ਉਹਦੀ ਜਿਹੜਾ ਉਹ ਮੂੰਹ ਹੈ ਉਹ ਮੋਟਾ ਹੋ ਜਾਂਦਾ ਸੀ, ਸਿਰਫ ਇੱਕ ਅੰਗ ਇੱਕ ਕਲਮ ਨਾਲ ਲਿਖਿਆ ਜਾਂਦਾ ਸੀ।
ਔਰ ਇਹ ਜਿਹੜੇ ਕਾਗਜ਼ ਉਦੋਂ ਹਿੰਦੁਸਤਾਨ 'ਚ ਦੋ ਜਗ੍ਹਾ ਤੇ ਬਣਦੇ ਹਨ, ਪਰ ਇਹ ਜਿਹੜੇ ਸਪੈਸ਼ਲ ਕਾਗਜ਼ ਸਨ ਜਿਨ੍ਹਾਂ ਨੂੰ ਅਸੀਂ ਪੱਤਰੇ ਕਹਿ ਦਿੰਦੇ ਆ। ਪੱਤਰੇ ਇਸ ਕਰਕੇ ਕਿਹਾ ਜਾਂਦਾ ਵੀ ਇੱਕ ਤਾੜ ਦਾ ਦਰਖਤ ਹੁੰਦਾ ਸੀ, ਪੁਰਾਤਨ ਸਮੇਂ ਜੋ ਕੁਝ ਲਿਖਿਆ ਜਾਂਦਾ ਸੀ ਨਾ ਉਹ ਪੱਤਰਿਆਂ ਤੇ ਲਿਖਿਆ ਜਾਂਦਾ ਸੀ, ਕਾਗਜ਼ ਨਹੀਂ ਹੁੰਦਾ। ਜਾਂ ਬੀੜ ਸ਼ਬਦ ਕਿੱਥੋਂ ਪੈਦਾ ਹੋਇਆ, ਤੁਸੀਂ ਕਿਤੇ ਇਤਿਹਾਸ ਥੋੜ੍ਹਾ ਡੂੰਘਾ ਪੜ੍ਹ ਕੇ ਵੇਖਿਓ। ਕਹਿੰਦੇ ਵੀ ਉਹ ਤਾੜ ਦਰਖਤ ਦੇ ਪੱਤੇ ਹੁੰਦੇ ਹਨ ਤੇ ਉਹਨਾਂ ਦੇ ਉੱਤੇ ਕੁਝ ਵੀ ਲਿਖਿਆ ਜਾਂਦਾ। ਕਵੀ ਆਪਣੀਆਂ ਕਵਿਤਾਵਾਂ ਲਿਖਦੇ ਸਨ, ਜਾਂ ਜਿੰਨੀ ਬਾਣੀ ਪਹਿਲਾਂ ਲਿਖੀ ਸੀ ਉਹ ਵੀ ਪੱਤਰਿਆਂ ਦੇ ਉੱਪਰ ਲਿਖੀ ਗਈ, ਉਹ ਪੱਤਿਆਂ ਦੇ ਉੱਪਰ, ਤਾੜ ਦਰਖਤ ਦੇ ਪੱਤਿਆਂ ਦੇ। ਉਹ ਪੱਤਿਆਂ ਨੂੰ ਫਿਰ ਨਾ ਇੱਕ ਤਾਰ 'ਚ ਪਰੋਇਆ ਜਾਂਦਾ ਹੈ ਵੀ ਲੜੀਵਾਰ ਬਾਣੀ 'ਚ ਕਵਿਤਾਵਾਂ ਲਿਖਣ ਦੇ ਲਈ। ਤੇ ਉਹ ਜਦੋਂ ਉਹਨਾਂ ਨੂੰ ਇੱਕ ਤਾਰ 'ਚ ਪਰੋਇਆ ਜਾਂਦਾ ਉਹਨੂੰ ਫਿਰ ਬੀੜ ਕਿਹਾ ਜਾਂਦਾ ਸੀ, ਜਿਹੜੇ ਜਦੋਂ ਇਕੱਠੇ ਪੱਤਰੇ ਹੋ ਜਾਂਦੇ ਹਨ। ਹੁਣ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਅੰਗ ਕਹਿੰਦੇ ਆ, ਕਈ ਸ਼ਬਦ ਪੱਤਰੇ ਵਰਤਦੇ, ਪੱਤੇਦਾਰ ਸੀ ਪਹਿਲਾਂ ਪੱਤਿਆਂ ਤੇ ਲਿਖਿਆ ਜਾਂਦਾ, ਪੱਤਿਆਂ ਤੋਂ ਫਿਰ ਇਹ ਕਾਗਜ਼ ਬਣੇ, ਕਸ਼ਮੀਰ ਤੋਂ ਗੁਰੂ ਅਰਜਨ ਸਾਹਿਬ ਜੀ ਨੇ ਬਣਾਏ। ਔਰ ਜਿਹੜੀ ਭਾਈ ਬੰਨੋ ਜੀ ਤਿਆਰ ਕਰਦੇ ਹਨ ਸ਼ਾਹੀ, 20 ਦਿਨਾਂ 'ਚ ਸ਼ਾਹੀ ਤਿਆਰ ਹੁੰਦੀ ਹੈ ਕੰਗ ਦੀ। ਇਹਦਾ ਮਤਲਬ ਬਹੁਤ ਵੱਡੀ ਸੇਵਾ ਹੈ, ਕੋਈ ਮਾਮੂਲੀ ਜੀ ਸੇਵਾ ਨਹੀਂ ਹੈ। ਤੁਹਾਨੂੰ ਪੱਖਾ ਚੜਾ ਕੇ ਸੰਗਤ ਹਵਾ ਲਵੇ ਤੇ ਸਾਡੇ ਵਾਸਤੇ ਬਹੁਤ ਹੀ ਵੱਡੀ ਸੇਵਾ ਹੈ। ਕਹਿੰਦੇ 20 ਦਿਨਾਂ 'ਚ ਤਿਆਰੀ, ਉਹਦੇ 'ਚ ਕਾਲੀ ਚੀਜ਼ ਪਾਈ ਜਾਂਦੀ ਸੀ, ਉਹਦੇ 'ਚ ਸੋਨੇ ਦੇ ਪੱਤਰੇ ਪਾਏ ਜਾਂਦੇ ਹਨ ਸ਼ਾਹੀ 'ਚ, ਵੀ ਜਿਹੜੀ ਚਮਕ ਬਣੇ ਪੱਤਰਿਆਂ ਦੀ। ਔਰ ਉਹ ਸ਼ਾਹੀ ਜਿਹੜੀ ਨਿੰਮ ਦੇ ਘੋਟਣੇ ਨਾਲ ਘੋਟੀ ਜਾਂਦੀ ਸੀ। ਕਾਰਨ ਇਹ ਹੀ ਨਿੰਮ ਦੇ ਘੋਟਣੇ ਦਾ ਵੀ ਗੁਰੂ ਗ੍ਰੰਥ ਨਿੰਮ ਕੌੜੀ ਹੁੰਦੀ ਹੈ ਵੀ ਕੋਈ ਕੀੜਾ ਮਕੌੜਾ ਜਿਹੜਾ ਨਾ ਉਹ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਨਾ ਆਵੇ, ਵੀ ਉਹ ਕੜਤਣ ਕਰਕੇ ਨਿੰਮ ਦਾ ਘੋਟਣਾ ਵਰਤਿਆ ਜਾਂਦਾ ਸੀ, ਜਾਂ ਸਨਾਰਾ ਜਿਹੜਾ ਵਰਤਿਆ ਜਾਂਦਾ ਸੀ ਉਹ ਵੀ ਬੜੇ ਵਧੀਆ ਤਰੀਕੇ ਦਾ ਵੀ ਚਮਕ ਵੀ ਬਣੇ, ਸਿਆਹੀ ਵੀ ਘੁਲੇ। ਔਰ ਭਾਈ ਬੰਨੋ ਜੀ ਸਿਆਹੀ ਬਣਾਉਂਦੇ ਔਰ ਕਲਮਾਂ ਘੜ ਕੇ ਦਿੰਦੇ। ਬਾਬਾ ਬੁੱਢਾ ਜੀ ਪੱਤਰੇ ਸਿੱਧੇ ਕਰਕੇ ਦਿੰਦੇ ਸਨ, ਇੱਕ ਦੱਥੀ ਬਣਾਈ ਜਾਂਦੀ ਸੀ। ਪੱਤਰੇ ਜਿਵੇਂ ਮੰਨ ਲਓ ਵੀ 20 ਪੱਤਰੇ ਲਾਏ ਨੇ, ਉਹਨਾਂ ਦੀ ਦੱਥੀ। ਚਲੋ ਕਈ ਕਹਿੰਦੇ ਵੀ ਪਹਿਲਾਂ ਜਿਹੜੇ ਅੰਗ ਸਾਫ ਛੱਡ ਦਿੱਤੇ ਗਏ ਵੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਚੜਾਉਣੀ ਹੈ। ਮੈਂ ਕੱਲ ਪੜ੍ਹ ਰਿਹਾ ਹਾਂ, ਕਹਿੰਦੇ ਅੰਗ ਇਸ ਕਰਕੇ ਨਹੀਂ ਛੱਡੇ ਗਏ ਵੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਚੜ੍ਹੇਗੀ, ਉਹ ਤੇ ਇੱਕ ਦੂਸਰਾ ਗੁਰੂ ਗ੍ਰੰਥ ਸਾਹਿਬ ਤਿਆਰ ਹੋਇਆ ਹੈ। ਇਹਨੂੰ ਅਸੀਂ ਆਦਿ ਬੀੜ ਕਹਿੰਦੇ ਹਾਂ। ਜਿਹੜੀ ਗੱਦੀ ਮਿਲੀ ਉਹ ਦਮਦਮੀ ਬੀੜ ਤੋਂ ਮਿਲੀ ਹੈ। ਚਲੋ ਹੁਣ ਵੀ ਕਈ ਸਰੀਰ ਕਹਿੰਦੇ ਜੀ ਆਦਿ ਗੁਰੂ ਗ੍ਰੰਥ ਸਾਹਿਬ ਨੇ ਜਿਹਦੇ ਤਾਬਿਆਂ 'ਚ ਅਸੀਂ ਬੈਠੇ ਹਾਂ। ਆਦਿ ਗੁਰੂ ਗ੍ਰੰਥ ਸਾਹਿਬ ਉਹੀ ਜਿਹਦਾ ਹਰਿਮੰਦਰ ਸਾਹਿਬ ਪ੍ਰਕਾਸ਼ ਹੋਇਆ। ਹਾਲਾਂਕਿ ਇਸ ਗੁਰੂ ਸਾਹਿਬ ਦਾ ਹਰਿਮੰਦਰ ਸਾਹਿਬ ਪ੍ਰਕਾਸ਼ ਨਹੀਂ ਹੋਇਆ, ਉਹ ਆਦਿ ਗੁਰੂ ਗ੍ਰੰਥ ਸਾਹਿਬ ਦਾ ਹਰਿਮੰਦਰ ਸਾਹਿਬ ਪ੍ਰਕਾਸ਼ ਹੋਇਆ। ਉਹਨੂੰ ਪੋਥੀ ਪਰਮੇਸ਼ਰ ਦਾ ਥਾਨ ਵੀ ਕਿਹਾ, ਉਹਨੂੰ ਅਸੀਂ ਆਦਿ ਬੀੜ ਵੀ ਕਹਿ ਦਿੰਦੇ ਹਾਂ। ਚਲੋ ਜੀ, ਉਹ ਸ਼ਾਹੀ ਤਿਆਰ ਕਾਗਜ਼ ਕਸ਼ਮੀਰ ਤੋਂ ਮੰਗਾਏ ਗਏ ਤੇ ਮਹਾਰਾਜ ਆਪ ਬਾਣੀ ਨੂੰ ਨਿਖੇੜਦੇ ਹਨ ਤੇ ਕਹਿੰਦੇ ਹਨ ਭਾਈ ਸਾਹਿਬ ਜੀ ਲਿਖੋ ਬਾਣੀ ਲਿਖਦੇ ਗਏ। ਜਿੱਥੇ 5 ਗੁਰੂ ਸਾਹਿਬਾਨਾਂ ਦੀ ਬਾਣੀ ਲਿਖੀ ਗਈ ਸੀ, ਉਦੋਂ ਗੁਰੂ ਗ੍ਰੰਥ ਸਾਹਿਬ ਦੇ ਅੰਦਰ 5 ਗੁਰੂ ਸਾਹਿਬਾਨਾਂ ਦੀ ਬਾਣੀ ਸੀ, ਜਿਹਦੇ ਵਿੱਚ 1958 ਸ਼ਬਦ ਗੁਰੂ ਨਾਨਕ ਸਾਹਿਬ ਦੇ ਲਿਖੇ ਗਏ, ਜਿਹਦੇ ਵਿੱਚ ਗੁਰਮੁਖੋ ਸਤਿਗੁਰਾਂ ਨੇ 19 ਰਾਗ ਵਰਤੇ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ, ਜਿਹਦੇ ਵਿੱਚ 63 ਸ਼ਲੋਕ ਜਿਹੜੇ ਨੇ ਉਹ ਗੁਰੂ ਅੰਗਦ ਸਾਹਿਬ ਦੇ ਲਿਖੇ ਗਏ। ਉਹ ਪਹਿਲੀ ਆਦਿ ਗ੍ਰੰਥ ਦੇ ਅੰਦਰ ਜਿਹੜੇ 885 ਸ਼ਬਦ ਨੇ ਉਹ ਗੁਰੂ ਅਮਰਦਾਸ ਮਹਾਰਾਜ ਦੇ ਲਿਖੇ ਗਏ। 647 ਸ਼ਬਦ, ਕਈ 46 ਕਹਿੰਦੇ, ਕਈ 47 ਗੁਰੂ ਰਾਮਦਾਸ ਮਹਾਰਾਜ ਦੇ ਲਿਖੇ ਗਏ। ਔਰ 2312 ਸ਼ਬਦ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਲਿਖੇ ਗਏ। ਇਸ ਤੋਂ ਇਲਾਵਾ 15 ਭਗਤਾਂ ਦੀ ਬਾਣੀ ਲਿਖੀ ਗਈ, ਜਿਨ੍ਹਾਂ ਦੇ 715 ਸ਼ਬਦ ਬਣਦੇ ਆ। ਭਗਤਾਂ ਦੇ ਸਾਰੇ ਗੁਰੂ ਗ੍ਰੰਥ ਸਾਹਿਬ 'ਚ 715 ਸ਼ਬਦ ਨੇ। ਫਿਰ ਭੱਟ ਸਾਹਿਬਾਨਾਂ ਦੇ ਸਵਈਏ ਲਿਖੇ ਗਏ। ਚਲੋ 4 ਭਗਤ ਆਏ ਲਾਹੌਰ ਤੋਂ, ਮੈਂ ਉਹ ਨਹੀਂ ਬੇਨਤੀ ਕਰਨੀ, ਉਹ ਇਤਿਹਾਸ ਬਹੁਤ ਮੇਰੀ ਆਪ ਜੀਆਂ ਨੂੰ ਸੁਣਿਆ। ਮਹਾਰਾਜ ਨੇ ਜਵਾਬ ਦੇ ਦਿੱਤਾ ਸੀ ਤੁਹਾਡੀ ਬਾਣੀ ਲਿਖਣ ਦੇ ਯੋਗ ਨਹੀਂ ਹੈ, ਕਿਉਂਕਿ ਗੁਰੂ ਸਾਹਿਬ ਦੇ ਆਛੇ ਅਨੁਸਾਰ ਮੇਲ ਨਹੀਂ ਖਾਂਦੀ ਹੈ। ਸਤਿਗੁਰਾਂ ਨੇ ਫਿਰ ਉਹ ਬਾਣੀ ਜਿਹੜੀ ਲਿਖਵਾਈ। ਇਹ ਬਹੁਤ ਵੱਡਾ ਕਾਰਜ ਸੀ, 3 ਸਾਲ ਚੱਲਦਾ ਰਿਹਾ ਜੀ। 1601 'ਚ ਆਰੰਭਤਾ ਹੋਈ, 15 ਅਗਸਤ 1604 ਨੂੰ ਸਾਰੀ ਬਾਣੀ ਜਿਹੜੀ ਲਿਖੀ ਗਈ। ਨਾਲ ਤਤਕਰਾ ਲਿਖਿਆ ਗਿਆ, 2 ਤਤਕਰੇ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ। ਇੱਕ ਤੇ ਹੈਗਾ ਵੀ ਅੰਗ ਲਿਖੇ ਹੋਏ ਨੇ ਜਾਂ ਰਾਗ ਕਿਹੜੇ ਤੇ ਰਾਗਾਂ ਦੀ ਤਰਤੀਬ ਮਾਰ ਮਿਲਦੀ ਹੈ, ਇੱਕ ਸ਼ਬਦ ਦੀ ਪਹਿਲੀ ਪੰਕਤੀ ਮਿਲਦੀ ਹੈ। 2 ਤਤਕਰੇ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ। ਹੁਣ ਤਤਕਰਾ ਲਿਖਣਾ ਵੀ ਬਹੁਤ ਵੱਡਾ ਕਾਰਜ ਸੀ। ਤੁਸੀਂ ਕਿਤੇ ਗੁਰੂ ਗ੍ਰੰਥ ਸਾਹਿਬ ਬਾਰੇ ਆਪ ਜਾਣਕਾਰੀ ਲਿਖੋ, ਹਾਂ ਕਿਹੜਾ ਸ਼ਬਦ ਕਿੰਨੇ ਅੰਗ ਤੇ ਹੈ, ਜਾਂ ਕਿਹੜਾ ਰਾਗ ਕਿੱਥੋਂ ਸ਼ੁਰੂ ਹੁੰਦਾ ਹੈ, ਕਿਹੜਾ ਸ਼ਬਦ ਕਿਹੜੇ ਗੁਰੂ ਸਾਹਿਬ ਦਾ ਹੈ, ਕਿੰਨੇ ਸ਼ਬਦ ਪਠਨ। ਬਹੁਤ ਵੱਡਾ ਕਾਰਜ ਜੇ ਕਿਸੇ ਨੇ ਕਰਨਾ ਹੋਵੇ ਤਾਂ। ਚਲੋ ਕਈਆਂ ਨੇ ਬਹੁਤ ਸਮਾਂ ਲਾਇਆ ਵੀ। ਅੱਜ ਵੀ ਆ ਖੋਸਾ ਦਲ ਸਿੰਘ ਪਿੱਛੇ ਜੇ ਇੱਕ ਖਬਰ ਲੱਗੀ ਸੀ ਵੀ ਇੱਥੋਂ ਦੀ ਕਿਸੇ ਬੱਚੀ ਨੇ ਇੱਕ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਿਆ। ਉਹ ਬੜੇ ਪਿਆਰ ਦੇ ਨਾਲ ਕਾਫੀ ਸਮੇਂ
ਦੇ ਮਿਹਨਤ ਤੋਂ ਬਾਅਦ ਉਹ ਸਰੂਪ ਜਿਹੜਾ ਤਿਆਰ, ਇਹ ਕੋਈ ਨਿੱਕਾ ਮੋਟਾ ਕਾਰਜ ਨਹੀਂ। ਤੁਸੀਂ ਇੱਕ ਜਪਜੀ ਸਾਹਿਬ ਦਾ ਪਾਠ ਲਿਖਣਾ ਹੋਵੇ ਤੁਹਾਨੂੰ ਬਹੁਤ ਸਮਾਂ ਲੱਗੇਗਾ, ਉਹਦੇ 'ਚ ਬਹੁਤ ਕੁਝ ਲਿਖਣਾ ਪੈਂਦਾ, ਇੱਕ ਵੀ ਗਲਤੀ ਨਹੀਂ ਹੋਣੀ ਚਾਹੀਦੀ। ਉਹ ਲਾਂਦ ਲਾਂ ਔਂਕੜ ਦਲੈਂਕੜ ਸਾਰਾ ਕੁਝ ਸਿਹਾਰੀ ਬਿਹਾਰੀ, ਉਹ ਸਾਰੇ ਵਿਸ਼ਰਾਮਾਂ ਦਾ ਵੀ ਯਮਕੀਆਂ ਲੱਗਦੀਆਂ ਨੇ, ਵਿਸ਼ਰਾਮ ਲੱਗਦੇ ਨੇ। ਇਹ ਬਹੁਤ ਕਿੰਨੇ ਕਈ ਵਾਰੀ ਨਾ ਵਿਸ਼ਰਾਮ ਦੀ ਥਾਂ 'ਤੇ ਸਪੇਸ ਦੇਣਾ ਪੈਂਦਾ ਬਾਣੀ ਨੂੰ, ਵੀ ਇਹਦੇ 'ਚ ਥੋੜ੍ਹਾ ਜਿਹਾ ਘੱਟ, ਇਹਦੇ 'ਚ ਵੱਧ, ਇਹਦੇ 'ਚ ਇਹ ਬੜਾ ਧਿਆਨ ਰੱਖਣਾ ਪੈਂਦਾ। ਆਪ ਬੰਦੇ ਦੇ ਵੱਸ ਦੀ ਗੱਲ ਨਹੀਂ ਹੈ ਤੁਸੀਂ ਜਪਜੀ ਸਾਹਿਬ ਦਾ ਵੀ ਪਾਠ ਲਿਖ ਸਕੋ। ਚਲੋ ਕਈ ਗੁਰਮੁਖ ਪਿਆਰੇ ਹੈਗੇ ਨੇ ਜਿਹੜਾ ਆਪਣੇ ਹੱਥਾਂ ਨਾਲ ਬਾਣੀ ਲਿਖ ਕੇ ਪੜ੍ਹਦੇ, ਚਲੋ ਇਹ ਵੀ ਇੱਕ ਬਹੁਤ ਵੱਡੀ ਸੇਵਾ ਹੈ। ਕਿਤੇ ਕੋਸ਼ਿਸ਼ ਕਰਿਓ ਆਪ ਜੀ ਆਪਣੇ ਹੱਥ ਨਾਲ ਲਿਖ ਕੇ 5 ਬਾਣੀਆਂ ਦਾ ਨਿਤਨੇਮ ਆਪ ਕਰੋ, ਤੁਹਾਨੂੰ ਬਹੁਤ ਜਲਦੀ ਕੰਠ ਹੋਏਗਾ। ਇੱਕ ਇੱਕ ਅੱਖਰ 'ਤੇ ਜਦੋਂ ਤੁਸੀਂ ਧਿਆਨ ਦਿਓਗੇ ਨਾ, ਉਹ ਇਹ ਵੀ ਬਹੁਤ ਵੱਡੀ ਸੇਵਾ ਹੈ। ਤੁਸੀਂ ਘੱਟ ਤੋਂ ਘੱਟ ਆਪਣਾ ਨਿਤਨੇਮ ਆਪਣੇ ਹੱਥੀਂ ਲਿਖ ਕੇ ਕਿਤੇ ਕਰੋ, ਇਹ ਵੀ ਬਹੁਤ ਵੱਡੀ ਸੇਵਾ ਹੈ। ਹੈਗੇ ਨੇ ਗੁਰਮੁਖ ਪਿਆਰੇ ਜਿਹੜੇ ਉਹਨਾਂ ਨੂੰ ਸੁਖਮਨੀ ਸਾਹਿਬ ਦਾ ਪਾਠ ਰਹੇਗਾ, ਉਹਨਾਂ ਨੇ ਭੋਗ ਦੇ ਸ਼ਲੋਕ ਲਿਖੇ ਨੇ, ਉਹਨਾਂ ਨੇ ਚੌਪਈ ਸਾਹਿਬ ਦੀ ਬਾਣੀ ਲਿਖੀ ਹੈ, ਜੋ ਬਾਣੀ ਪੜ੍ਹਦੇ ਨੂੰ ਆਪਣੇ ਹੱਥੀਂ ਲਿਖ ਲੈਂਦੇ ਆ। ਚਲੋ ਇਹ ਵੀ ਚੰਗੀ ਗੱਲ ਹੈ, ਬਾਣੀ ਰੂਹ ਤੱਕ ਜਾਂਦੀ ਹੈ ਜੇ ਅਸੀਂ ਇਹ ਆਪਣੇ ਹੱਥੀਂ ਕਾਰਜ ਕਰੀਏ ਤਾਂ। ਚਲੋ ਜੀ ਤਤਕਰਾ ਲਿਖਿਆ, ਫਿਰ 15 ਦਿਨਾਂ 'ਚ ਇਹਦੀ ਜਿਲਦ ਜਿਹੜੀ ਲਾਹੌਰ ਭਾਈ ਬਦਲ ਨੂੰ ਮਹਾਰਾਜ ਨੇ ਜਿਲਦ ਬਣਾਉਣ ਵਾਸਤੇ ਭੇਜਿਆ। ਚਲੋ ਕਈ ਇਤਿਹਾਸਕਾਰ ਕਹਿੰਦੇ ਉਹਨਾਂ ਨੇ ਇੱਕ ਉਤਾਰਾ ਕਰ ਲਿਆ, ਪਰ 15 ਦਿਨਾਂ 'ਚ ਉਤਾਰਾ ਨਹੀਂ ਹੋ ਸਕਦਾ, ਜਿਹਨੂੰ ਖਾਰੀ ਪੀੜ ਵੀ ਕਿਹਾ ਵੀ ਅਧੂਰੀ ਪੀੜ ਹੈ। ਚਲੋ ਜੀ ਸਮਾਂ ਦਾਸ ਨੇ ਪਹਿਲਾਂ ਕਿਹਾ ਸੰਖੇਪ ਬੇਨਤੀ ਕਰਨੀ ਹੈ। ਸਤਿਗੁਰੂ ਜੀ ਉਹਨਾਂ 1-2 ਦਿਨ ਤੋਂ ਬੜੀ ਗਹਿਰੀ ਸੋਚ 'ਚ ਨੇ ਗੁਰੂ ਅਰਜਨ ਸਾਹਿਬ ਮਹਾਰਾਜ, ਤੇ ਸਤਿਗੁਰੂ ਜੀ ਬੜੀ ਗਹਿਰੀ ਸੋਚ ਤੋਂ ਬਾਅਦ ਫਿਰ ਕਹਿੰਦੇ ਨੇ ਵੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਕਿਹਨੂੰ ਬਿਠਾਉਣਾ, ਵੀ ਪ੍ਰਕਾਸ਼ ਕਰਨਾ ਹੈ ਹਰਿਮੰਦਰ ਸਾਹਿਬ ਦੇ ਅੰਦਰ, ਤੇ ਗ੍ਰੰਥੀ ਸਿੰਘ ਦੀ ਪਦਵੀ ਤੇ ਕਿਹਨੂੰ ਨਿਯੁਕਤ ਕਰੀਏ। ਮਹਾਰਾਜ ਨੇ ਨਿਗਾਹ ਮਾਰੀ, ਜੇ ਬਿਠਾ ਦਿੰਦੇ ਬੇਦੀ ਕੁੱਲ ਵਾਲੇ ਕਿਸੇ ਨੂੰ, ਉਹਨਾਂ ਨੇ ਕਹਿਣਾ ਜੀ ਬੇਦੀ ਕੁੱਲ ਵਾਲੀ ਤਾਬਿਆ 'ਚ ਬੈਠ ਸਕਦੇ ਆ। ਜੇ ਅਸੀਂ ਤਰੇਨ ਕੁੱਲ ਵਾਲੇ ਨੂੰ ਬਾਂਹ ਤੋਂ ਫੜ ਕੇ ਬਿਠਾਉਂਦੇ, ਉਹਨਾਂ ਨੇ ਕਹਿਣਾ ਸਾਡਾ ਗੁਰੂ ਗ੍ਰੰਥ ਸਾਹਿਬ ਹੈ। ਜੇ ਅਸੀਂ ਕਿਸੇ ਭੱਲੇ ਨੂੰ ਬਿਠਾਉਣੇ, ਉਹਨਾਂ ਨੇ ਕਹਿਣਾ ਸਾਨੂੰ ਬਿਠਾਇਆ ਸੀ ਗੁਰੂ ਅਰਜਨ ਸਾਹਿਬ ਨੇ। ਜੇ ਕਿਸੇ ਸੋਢੀ ਨੂੰ ਬਿਠਾ ਦਿੰਦੇ, ਉਹਨਾਂ ਨੇ ਕਹਿਣਾ ਗੁਰੂ ਗ੍ਰੰਥ ਸਾਹਿਬ ਸਾਡਾ, ਸਾਡੇ ਵਡੇਰਿਆਂ ਨੇ ਤਿਆਰ ਕੀਤਾ ਹੈ। ਗੁਰੂ ਅਰਜਨ ਸਾਹਿਬ ਸੋਢੀ ਬਖਸ਼ਿਸ਼ ਹੋਏ ਨਾ, ਵੀ ਸਾਨੂੰ ਬਿਠਾਇਆ ਗੁਰੂ ਸਾਹਿਬ ਨੇ। ਮਹਾਰਾਜ ਦੀ ਦੂਰ ਅੰਦੇਸ਼ੀ ਕਹਿੰਦੇ 5 ਗੁਰੂ ਸਾਹਿਬਾਨਾਂ ਦੀ ਬਾਣੀ ਹੈ। ਉਦੋਂ 974 ਅੰਗ ਸੀ ਜੀ ਪਹਿਲੇ ਗ੍ਰੰਥ ਸਾਹਿਬ ਦੇ, 974 ਧਿਆਨ ਦੇ ਕੇ ਬੇਨਤੀ ਸੁਣਨੀ ਹੈ। ਅੱਧ ਵਿੱਚ 6ਵੇਂ ਪਾਤਸ਼ਾਹ ਦੇ ਸਿਗਨੇਚਰ ਸਨ, ਮਹਾਰਾਜ ਨੇ ਬਾਅਦ ਵਿੱਚ ਸਾਈਨ ਕੀਤੇ ਸਨ ਅੱਧ 'ਚ ਵੀ ਇਹ ਪ੍ਰਵਾਨਿਤ ਬੀੜ ਹੈ। ਮਹਾਰਾਜ ਨੇ ਦੂਰ ਅੰਦੇਸ਼ੀ ਨਾਲ ਸੋਚਿਆ, ਕਹਿੰਦੇ 5 ਗੁਰੂ ਸਾਹਿਬਾਨਾਂ ਦੀ ਬਾਣੀ ਹੈ ਤੇ 5 ਗੁਰੂ ਸਾਹਿਬਾਨਾਂ ਦੀ ਤਾਬਿਆ 'ਚ ਸੇਵਾ ਕਰਨ ਵਾਲੇ ਨੇ ਬਾਬਾ ਬੁੱਢਾ ਜੀ। ਉਹਨਾਂ ਦਾ ਜਨਮ ਹੁੰਦਾ 1506 'ਚ, ਪ੍ਰਕਾਸ਼ ਹੁੰਦਾ 1604 'ਚ। ਉਮਰ ਕਿੰਨੀ ਬਣਦੀ? 98 ਸਾਲ ਬਾਬਾ ਬੁੱਢਾ ਜੀ ਦੀ। 1506 'ਚ ਉਹਨਾਂ ਦਾ ਜਨਮ ਹੈ, 1604 'ਚ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ। ਬਾਬਾ ਬੁੱਢਾ ਜੀ 98 ਸਾਲ ਦੇ। ਮਹਾਰਾਜ ਨੇ ਸੱਦ ਲਿਆ, ਕਹਿੰਦੇ ਬਾਬਾ ਬੁੱਢਾ ਜੀ ਇੱਕ ਬਹੁਤ ਵੱਡੀ ਤੁਹਾਨੂੰ ਸੇਵਾ ਬਖਸ਼ਿਸ਼ ਕਰਨੀ ਹੈ। ਤੇ ਬਾਬਾ ਬੁੱਢਾ ਜੀ ਹੱਥ ਜੋੜ ਕੇ ਕਹਿੰਦੇ ਜੀ ਅਖੀਰਲੇ ਸਵਾਸ ਤੱਕ ਮਹਾਰਾਜ ਗੁਰੂ ਚਰਨਾਂ 'ਚ ਅਸੀਂ ਹਾਜ਼ਰ ਰਹਾਂਗੇ, ਜੋ ਸੇਵਾ ਮਹਾਰਾਜ ਆਪ ਬਖਸ਼ਿਸ਼ ਕਰੋਗੇ ਅਸੀਂ ਜਾਣ ਦੇ ਕੇ ਵੀ ਉਹ ਸੇਵਾ ਪੂਰੀ ਕਰਾਂਗੇ। ਤੇ ਬਾਬਾ ਬੁੱਢਾ ਜੀ ਗੁਰੂ ਅਰਜਨ ਸਾਹਿਬ ਜੀ ਨੇ ਕਿਹਾ ਵੀ ਸਾਰੀ ਸੰਗਤ ਨੂੰ ਕਹਿ ਦਿਓ 2:30 ਵਜੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਰਾਮਸਰ ਸਰੋਵਰ ਦੇ ਉਹਦੇ ਤਲਾਬ ਦੇ ਕੰਢੇ ਤੇ ਪਹੁੰਚਣਾ, ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਨੇ ਬੀੜ ਬਣਾ ਕੇ ਉੱਥੇ ਤੰਬੂ ਦੇ ਵਿੱਚ ਮਹਾਰਾਜ ਦਾ ਸਰੂਪ ਜਿਹੜਾ ਰੱਖਿਆ ਗਿਆ। ਉਦੋਂ 6ਵੇਂ ਪਾਤਸ਼ਾਹ ਦੀ ਉਮਰ 5.5 ਸਾਲ ਦੀ ਹੈ ਜੇ। ਸਾਰੀ ਸੰਗਤ ਉੱਥੇ ਇਕੱਤਰ ਹੋਈ, ਕੇਸੀ ਇਸ਼ਨਾਨ ਕਰਕੇ ਸਾਰੇ ਸਰੀਰ ਪਹੁੰਚ ਗਏ ਤੇ ਬਾਬਾ ਬੁੱਢਾ ਜੀ ਵੀ ਉੱਥੇ ਖੜੇ ਆ। ਗੁਰੂ ਅਰਜਨ ਸਾਹਿਬ ਜੀ ਆਏ, ਆਪਣੇ ਪੁੱਤਰ ਨੂੰ ਸਾਰਾ ਪਰਿਵਾਰ ਨਾਲ ਆਇਆ ਤੇ ਮਹਾਰਾਜ ਕਹਿੰਦੇ ਬਾਬਾ ਬੁੱਢਾ ਜੀ ਚਲੋ ਆਪਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹਰਿਮੰਦਰ ਸਾਹਿਬ ਕਰਨਾ ਹੈ। 1 ਸਤੰਬਰ ਨੂੰ ਪ੍ਰਕਾਸ਼ ਹੋਇਆ ਸੀ, ਭਾਦੋਂ ਸੁਦੀ 1, ਚਲੋ ਕਿਹਾ ਜਾਂਦਾ 1 ਸਤੰਬਰ ਨੂੰ ਪ੍ਰਕਾਸ਼ ਹੋਇਆ। ਕਾਰਜ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਉਹ 15 ਅਗਸਤ ਨੂੰ ਸੰਪੂਰਨ ਹੋ ਗਿਆ ਹੈ। ਮਹਾਰਾਜ ਨੇ 15 ਦਿਨਾਂ ਬਾਅਦ ਹਰਿਮੰਦਰ ਸਾਹਿਬ 'ਚ ਪ੍ਰਕਾਸ਼ ਕੀਤਾ। ਹੁਣ ਜਦੋਂ ਬਾਬਾ ਬੁੱਢਾ ਜੀ ਪਿੱਛੇ ਖੜੇ ਨੇ ਤੇ ਉਹਨਾਂ ਨੇ ਸੋਚਿਆ ਵੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਆਪ ਸਰੂਪ ਸੀਸ ਤੇ ਲੈਣਗੇ, ਪਰ ਬਾਬਾ ਬੁੱਢਾ ਜੀ ਨੂੰ ਬਾਂਹ ਤੋਂ ਫੜ ਕੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਬਾਬਾ ਜੀ ਇਹ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤੁਸੀਂ ਆਪਣੇ ਸੀਸ ਤੇ ਲਵੋ। ਬਾਬਾ ਬੁੱਢਾ ਜੀ ਨੇ ਬੜੀ ਸ਼ਰਧਾ ਨਾਲ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆਪਣੇ ਸੀਸ ਤੇ ਲਿਆ। ਗੁਰੂ ਅਰਜਨ ਸਾਹਿਬ ਮਹਾਰਾਜ ਨੇ ਹੱਥੀਂ ਚੌਰ ਸਾਹਿਬ ਪਕੜਿਆ, ਕਹਿੰਦੇ 6ਵੇਂ ਪਾਤਸ਼ਾਹ ਜੀ ਜਲ ਲੈ ਕੇ ਅੱਗੇ
ਜਲ ਵੀ ਗੁਰਮੁਖ ਇੱਕ ਫਾਰਮੈਲਿਟੀ ਨਹੀਂ ਹੈ। ਸੰਗਤ ਨੇ ਸਾਰੀ ਰਾਤ ਲੱਗ ਕੇ ਰਾਮਸਰ ਤੋਂ ਲੈ ਕੇ ਹਰਿਮੰਦਰ ਸਾਹਿਬ ਤੱਕ ਛਿੜਕਾਅ ਕੀਤਾ ਸੀ ਪਹਿਲਾਂ ਪਾਣੀ ਦਾ। ਚਲੋ ਬਾਲਟੇ ਭਰ ਕੇ ਸੰਗਤ ਨੇ ਹੱਥਾਂ 'ਚ ਲਏ। ਜਲ ਪਕੜਨ ਦਾ ਮਤਲਬ ਹੈ ਕੋਈ ਘਟਾ ਧੂੜ ਮਿੱਟੀ ਉੱਡਦੀ ਹੋਵੇ ਉੱਥੇ ਪਾਣੀ ਤਰੋਂਕਿਆ ਜਾਵੇ। ਜਲ ਕੋਈ ਇੱਕ ਗੜਵੀ 'ਚ ਪਾ ਕੇ ਫਾਰਮੈਲਿਟੀ ਨਹੀਂ ਹੈ। ਜੇ ਕਿਸੇ ਦੇ ਘਰੇ ਸਹਿਜ ਪਾਠ ਅਖੰਡ ਪਾਠ ਸਾਹਿਬ ਆਰੰਭ ਹੋਣਾ ਹੈ, ਹੁਣ ਤੇ ਸਮਰਸੀਬਲ ਸਾਰਿਆਂ ਦੇ ਘਰੇ ਹੈ, ਤੁਸੀਂ ਪਾਈਪ ਪਕੜੋ, ਗਵਾਂਢੀਆਂ ਦੇ ਘਰੋਂ ਵੀ ਲੈ ਸਕਦੇ ਹੋ। ਜੇ ਨਹੀਂ ਹੈ, ਸਾਰਾ ਪਰਿਵਾਰ ਉਠੋ, ਉਸ ਗਲੀ ਦਾ ਛਿੜਕਾਅ ਕਰੋ ਪਾਣੀ ਦਾ। ਤੁਹਾਡੇ ਘਰੇ ਗੁਰੂ ਸਾਹਿਬ ਨੇ ਆਉਣਾ। ਜੇ ਛਿੜਕਾਅ ਆ ਤੇ ਫਿਰ ਚਲੋ ਜਿਹੜਾ ਪੁਰਾਤਨ ਸਮੇਂ ਤੋਂ ਚੱਲਦਾ ਫਿਰ ਤੁਸੀਂ ਨਾ ਵੀ ਨਾਲ ਚੱਲ ਲਓਗੇ ਨਾ, ਉਹ ਕਾਰਨ ਇਹ ਹੈ ਵੀ ਮਿੱਟੀ ਘਟਾ ਨਹੀਂ ਉੱਡਣਾ ਚਾਹੀਦਾ ਜਿੱਥੋਂ ਮਹਾਰਾਜ ਨੇ ਲੱਗਣਾ ਹੈ। ਘੜਿਆਲ ਨਰਸਿੰਘੇ ਵੱਜਦੇ, ਅੱਜ ਵੀ ਨਰਸਿੰਘੇ ਵੱਜਦੇ ਆ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ ਹਰਿਮੰਦਰ ਸਾਹਿਬ ਦੇ ਅੰਦਰ। ਉਹ ਵੀ ਕਿਤੇ ਨਜ਼ਾਰਾ ਵੇਖਣ ਵਾਲਾ। ਆਪਣੇ ਜੀਵਨ 'ਚ ਕੋਈ 2-4 ਤੇ ਹਾਜ਼ਰੀਆਂ ਜ਼ਰੂਰ ਭਰੋ ਨਾ, ਉੱਥੇ ਵੀ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਨਾ ਤੁਹਾਨੂੰ ਪਤਾ ਲੱਗੇਗਾ ਜੀ ਕਿਵੇਂ ਸਤਿਕਾਰ ਕਰਨਾ। ਜ਼ਰੂਰ ਕਿਤੇ ਹਰਿਮੰਦਰ ਸਾਹਿਬ ਦਾ ਪ੍ਰਕਾਸ਼ ਵੇਖੋ। ਸੰਗਤ 'ਚ ਕਿੰਨੀ ਕੁ ਸ਼ਰਧਾ ਹੁੰਦੀ ਹੈ, ਕੀ ਉਦੋਂ ਫੀਲਿੰਗ ਹੁੰਦੀ ਹੈ, ਕਿਹੋ ਜਿਹਾ ਮਾਹੌਲ ਹੁੰਦਾ। ਜ਼ਰੂਰ ਕਿਤੇ ਨਾ ਕਿਤੇ ਜਾ ਕੇ, ਇਹ ਨਹੀਂ ਹੈਗਾ ਵੀ ਜਾਣਾ 5 ਦਿਨਾਂ ਨੂੰ ਹਰਿਮੰਦਰ ਸਾਹਿਬ ਤੇ ਪਹਿਲਾਂ ਹੀ 20 ਸਰੀਰਾਂ ਨੂੰ ਫੋਨ ਕੀਤੇ, ਬਾਬਾ ਜੀ ਕਮਰਾ ਨਹੀਂ ਮਿਲਦਾ ਜੀ, ਸ਼੍ਰੋਮਣੀ ਕਮੇਟੀ ਵਾਲੇ ਕਮਰਾ, ਤੂੰ ਭਲਿਆ ਕਮਰੇ 'ਚ ਸੌਣ ਜਾਣਾ। ਉੱਥੇ ਇੱਕ ਰਾਤ ਉੱਥੇ ਪ੍ਰਕਰਮਾਂ 'ਚ ਪੈ ਕੇ ਵੀ ਕੱਟ ਕੇ ਵੇਖ, ਆਨੰਦ ਤੇ ਮਾਣ ਉੱਥੋਂ ਦਾ। ਸੌਂਦੇ ਤੇ ਅਸੀਂ ਇੱਥੇ ਵੀ ਆਏ ਹਾਂ। ਮੇਰੇ ਖਿਆਲ ਸਾਨੂੰ ਕਿਸੇ ਕਮਰੇ ਦੀ ਲੋੜ ਨਹੀਂ ਹੈ। ਜੇ ਕਿਤੇ ਅਸੀਂ ਸ਼ਰਧਾ ਦੇ ਨਾਲ ਜਾਣਾ ਹੈ ਤੇ ਅਸੀਂ ਸੌਣ ਥੋੜ੍ਹੀ ਜਾਣਾ ਹੈ, ਕਿਤੇ ਰਾਤ ਨੂੰ ਉਹ ਵੀ ਨਜ਼ਾਰਾ ਵੇਖ। ਸਾਰੀ ਰਾਤ ਸੰਗਤ ਸੇਵਾ ਕਰਦੀ ਹੈ। ਬਾਬਾ ਬੁੱਢਾ ਜੀ ਨੇ ਸੀਸ ਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਆ ਤੇ ਬਾਬਾ ਬੁੱਢਾ ਜੀ ਰੋਕ ਗਏ ਵੀ ਗੁਰੂ ਅਰਜਨ ਸਾਹਿਬ ਜੀ ਅੱਗੇ ਚੱਲਣਗੇ, ਕਿਉਂਕਿ ਹਜੇ ਤੱਕ ਬਾਬਾ ਬੁੱਢਾ ਜੀ ਗੁਰੂ ਅਰਜਨ ਸਾਹਿਬ ਜੀ ਦੇ ਅੱਗੇ ਚੱਲੇ ਹੀ ਨਹੀਂ ਹੈ। ਸਿੱਖ ਤੇ ਗੁਰੂ ਦੇ ਪਿੱਛੇ ਹੀ ਸ਼ੋਭਦਾ ਹੈ ਔਰ ਚੱਲਦਾ ਵੀ ਇਹ ਗੁਰੂ ਸਾਹਿਬ ਦਾ ਸਤਿਕਾਰ ਵੀ ਹੈ ਔਰ ਇਹ ਸਿੱਖ ਦੇ ਅੰਦਰ ਭਾਵਨਾ ਵੀ ਹੈ। ਬਾਬਾ ਬੁੱਢਾ ਜੀ ਰੋਕ ਕੇ ਮਹਾਰਾਜ ਅੱਗੇ ਚੱਲਣਗੇ। ਸਤਿਗੁਰੂ ਗੁਰੂ ਅਰਜਨ ਸਾਹਿਬ ਕਹਿੰਦੇ ਬਾਬਾ ਜੀ ਅੱਜ ਤੁਸੀਂ ਚੱਲੇ ਅੱਗੇ ਚੱਲੋਗੇ। ਮਹਾਰਾਜ ਤੁਸੀਂ ਅੱਗੇ ਚੱਲੋ, ਸਿੱਖ ਕਿਵੇਂ ਗੁਰੂ ਸਾਹਿਬ ਦੇ ਅੱਗੇ। ਤੇ ਗੁਰੂ ਅਰਜਨ ਸਾਹਿਬ ਹੱਸ ਕੇ ਕਹਿੰਦੇ ਬਾਬਾ ਬੁੱਢਾ ਜੀ ਅੱਜ ਜੋ ਤੁਸੀਂ ਸੀਸ ਤੇ ਲਿਆਓ ਤੁਹਾਡਾ ਵੀ ਗੁਰੂ ਹੈ ਤੇ ਮੇਰਾ ਵੀ ਗੁਰੂ ਹੈ। ਬੜੇ ਪਿਆਰੇ ਬਚਨ, ਇੰਨਾ ਸਤਿਕਾਰ ਕੀਤਾ ਗੁਰੂ ਅਰਜਨ ਸਾਹਿਬ ਨੇ ਬਾਣੀ ਦਾ। ਕਹਿੰਦੇ ਬਾਬਾ ਜੋ ਤੁਹਾਡੇ ਸੀਸ ਤੇ ਹੈ ਅੱਜ ਮੈਂ ਵੀ ਉਹਦਾ ਸਿੱਖ ਹੈ, ਮੈਂ ਗੁਰੂ ਸਾਹਿਬ ਦੇ ਪਿੱਛੇ ਚੱਲਣਾ ਹੈ। ਉਹ ਤੁਹਾਡਾ ਵੀ ਗੁਰੂ, ਉਹ ਮੇਰਾ ਵੀ ਗੁਰੂ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ ਮਹਾਰਾਜ ਚੌਰ ਸਾਹਿਬ ਕਰਦੇ ਨੇ। ਸੰਗਤਾਂ ਗੁਰਬਾਣੀ ਦੇ ਸ਼ਬਦ ਪੜ੍ਹਦੀਆਂ ਹੋਈਆਂ ਹਰਿਮੰਦਰ ਸਾਹਿਬ ਪਹੁੰਚਦੀਆਂ। ਕੀਰਤਨ ਪਹਿਲਾਂ ਆਰੰਭ ਸੀ, ਅੱਜ ਵੀ ਇਹ ਮਰਿਆਦਾ ਹੈ। ਕੀਰਤਨ ਪਹਿਲਾਂ ਇੱਕ ਚੌਕੀ ਲੱਗਦੀ ਹੈ, ਫਿਰ ਆਸਾ ਕੀ ਵਾਰ ਦਾ ਹੁਣ 3:30 ਤੋਂ 6:30 ਵਜੇ ਦਾ ਕੀਰਤਨ ਹੁੰਦਾ ਹੈ। ਉਸ ਤੋਂ ਪਹਿਲਾਂ ਇੱਕ ਚੌਕੀ ਲੱਗਦੀ ਕੀਰਤਨ ਦੀ। ਫਿਰ ਵਿੱਚ ਪ੍ਰਕਾਸ਼ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਦਾ। ਫਿਰ ਅਰਦਾਸ ਹੁਕਮਨਾਮਾ ਸਾਹਿਬ ਹੁੰਦਾ ਹੈ। ਫਿਰ ਥੋੜ੍ਹੇ ਮਿੰਟਾਂ ਬਾਅਦ ਅਰਦਾਸ ਹੁੰਦੀ ਹੈ। ਆਪ ਜੀ ਮਰਿਆਦਾ ਵੇਖਦੇ ਹੋ, ਲਾਈਵ ਸਾਰੀਆਂ ਸੰਗਤਾਂ ਵੇਖਦੀਆਂ। ਇਹ ਗੁਰੂ ਅਰਜਨ ਸਾਹਿਬ ਨੇ ਮਰਿਆਦਾ ਬਣਾਈ, ਅੱਜ ਵੀ ਕਾਇਮ ਹੈ। ਹੁਣ ਬਾਬਾ ਬੁੱਢਾ ਜੀ ਮੰਜੀ ਸਾਹਿਬ ਉੱਤੇ ਮਹਾਰਾਜ ਦਾ ਸਰੂਪ ਰੱਖਿਆ। ਮੰਜੀ ਸਾਹਿਬ ਪਹਿਲਾਂ ਸਜਾਏ ਹੋਏ ਹਨ ਤੇ ਬਾਬਾ ਬੁੱਢਾ ਜੀ ਸਾਈਡ ਤੇ ਹੋ ਗਏ ਵੀ ਗੁਰੂ ਅਰਜਨ ਸਾਹਿਬ ਜੀ ਤਾਬਿਆਂ ਬੈਠਣਗੇ। ਮਹਾਰਾਜ ਬੜੇ ਦੂਰ ਹੁੰਦੇ ਸੀ ਸਾਨੂੰ। ਮਹਾਰਾਜ ਕਹਿੰਦੇ ਬਾਬਾ ਜੀ ਕਿੱਥੇ ਚੱਲੇ ਹੋ? ਮਹਾਰਾਜ ਆਪ ਜੀ ਕਿਰਪਾ ਕਰੋ। ਸਤਿਗੁਰੂ ਆਪ ਨਹੀਂ ਤਾਬਿਆਂ ਬੈਠੇ, ਕਾਰਨ ਇਹ ਵੀ ਬਹੁਤ ਵੱਡਾ ਹੈ। ਮਹਾਰਾਜ ਕਹਿੰਦੇ ਜੇ ਅਸੀਂ ਆਪ ਤਾਬਿਆਂ ਬੈਠ ਗਏ ਨਾ ਤੇ ਹਰੇਕ ਤਾਬਿਆਂ 'ਚ ਬੈਠਣ ਵਾਲੇ ਨੇ ਆਪਣੇ ਆਪ ਨੂੰ ਗੁਰੂ ਹੀ ਸਮਝਣ ਲੱਗ ਪੈਣਾ ਵੀ ਤਾਬਿਆਂ 'ਚ ਤੇ ਗੁਰੂ ਹੀ ਬੈਠਦਾ ਹੈ। ਮਹਾਰਾਜ ਨੇ ਆਪ ਨਹੀਂ ਤਾਬਿਆਂ 'ਚ ਬੈਠਣਾ ਕੀਤਾ। ਬਾਬਾ ਬੁੱਢਾ ਜੀ ਨੂੰ ਬਾਂਹ ਤੋਂ ਫੜਿਆ, ਬਾਬਾ ਜੀ ਤਾਬਿਆਂ 'ਚ ਤੁਸੀਂ ਬੈਠੋਗੇ। ਤੇ ਫਿਰ ਇਤਿਹਾਸਕ ਬੋਲ ਨੇ ਬੁੱਢਾ ਸਾਹਿਬ ਖੋਲੋ ਗ੍ਰੰਥ। ਮਹਾਰਾਜ ਦਾ ਹੁਕਮ ਸੀ ਬਾਬਾ ਬੁੱਢਾ ਜੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰੋ। ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਓ ਆਵਾਜ਼, ਆਵਾਜ਼ਾਂ ਲਿਓ, ਭਾਵ ਕੇ ਹੁਕਮਨਾਮਾ ਲਓ। ਲਿਓ ਆਵਾਜ਼ ਸੁਣੇ ਸਭ ਪੰਥ, ਅੱਜ ਤੁਹਾਡਾ ਆਵਾਜ਼ਾਂ ਸਾਰਾ ਪੰਥ ਸੁਣੇਗਾ। ਫਿਰ ਕੀ ਹੋਇਆ? ਅਦਬ ਸਹਿਤ ਗ੍ਰੰਥ ਕੋ ਖੋਲਾ। ਬਾਬਾ ਬੁੱਢਾ ਜੀ ਨੇ ਬੜੇ ਅਦਬ ਨਾਲ ਗੁਰੂ ਗ੍ਰੰਥ ਸਾਹਿਬ ਨੂੰ ਖੋਲਿਆ। ਲੈ ਆਵਾਜ਼ ਬੁੱਢਾ ਮੁਖ ਬੋਲਾ। ਕਹਿੰਦੇ ਫਿਰ ਆਵਾਜ਼ਾਂ ਹੁਕਮਨਾਮਾ ਲਿਆ। ਕਿਹੜਾ? ਸੂਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ ਧਰਤ ਸੁਹਾਵੀ, ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ। ਹਾਲਾਂਕਿ ਉਹ ਗੁਰੂ ਅਰਜਨ ਸਾਹਿਬ ਦਾ ਸ਼ਬਦ ਹੁਕਮਨਾਮੇ ਦੇ ਰੂਪ 'ਚ ਆਇਆ, ਜਿਹੜੇ ਗੁਰੂ ਅਰਜਨ ਸਾਹਿਬ ਜੀ ਉੱਥੇ ਮੌਜੂਦ ਨੇ। ਪਰ ਮਹਾਰਾਜ ਨੇ ਉਸ ਦਿਨ ਇਸ ਤਰ੍ਹਾਂ ਸ਼ਬਦ ਸੁਣਿਆ ਜਿਵੇਂ ਮਹਾਰਾਜ ਇਸ ਸ਼ਬਦ ਬਾਰੇ ਕੁਝ ਜਾਣਦੇ ਹੀ ਨਾ ਹੋਣਾ। ਤੇ ਅਸੀਂ ਹੁਕਮਨਾਮਾ ਸਾਹਿਬ ਹੁੰਦਾ ਉਹ ਗੋਲਕ ਦੇ ਪੈਸੇ ਟੇਕਦੇ ਨੇ, ਹੁਕਮਨਾਮਾ ਪੜ੍ਹਨ ਵਾਲੇ ਨੂੰ ਆਵਾਜ਼ ਆਈ ਜਾਂਦੀ ਹੈ,
ਸੰਗਤ ਜੀ ਜਿੰਨੀ ਕੁ ਸੰਗਤ ਸੁਣਦੇ ਹੋ, ਕਈਆਂ ਨੇ ਤੇ ਮੰਨਣਾ ਨਹੀਂ, ਸਾਰੀ ਜ਼ਿੰਦਗੀ ਆਉਂਦੇ ਰਹਿਣ। ਜੇ ਆਪ ਜੀ ਇੰਨੀ ਕੁ ਸੋਝੀ ਰੱਖਦੇ ਹੋ, ਕਿਤੇ ਵੀ ਸਥਾਨ ਤੇ ਜਾਂਦੇ ਹੋ, ਹੁਕਮਨਾਮਾ ਹੋਵੇ, ਕਦੇ ਵੀ ਤੁਸੀਂ ਇੱਧਰ ਉੱਧਰ ਨਹੀਂ ਤੁਰਨਾ ਫਿਰਨਾ ਜਾਂ ਮੱਥਾ ਵੀ ਨਹੀਂ ਟੇਕਣਾ ਮਹਾਰਾਜ ਨੂੰ ਹੁਕਮਨਾਮਾ ਹੁੰਦੇ ਹੋਇਆ। ਜੇ ਸਰੀਰ ਆਪ ਜੀ ਥੋੜੀ ਬਾਲੀ ਸੋਝੀ ਰੱਖਦੇ ਹੋ, ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਨਾ ਚਾਹੁੰਦੇ ਹੋ, ਭਾਵੇਂ ਪਿੰਡ ਦਾ ਗੁਰਦੁਆਰਾ ਹੈ, ਮੰਨ ਲਓ ਹੁਕਮਨਾਮਾ ਸਾਹਿਬ ਹੋਣ ਲੱਗਾ, ਤੁਸੀਂ ਦਰਬਾਰ 'ਚ ਐਂਟਰ ਹੋਣ ਲੱਗੇ ਜਾਂ ਦਰਬਾਰ ਤੋਂ ਬਾਹਰ ਲਾਈਨ 'ਚ ਖੜੇ ਹੋ, ਤੁਸੀਂ ਉੱਥੇ ਚੌਕੜਾ ਮਾਰ ਕੇ ਬੈਠ ਕੇ ਹੁਕਮਨਾਮਾ ਸੁਣੋ। ਦਰਬਾਰ 'ਚ ਐਂਟਰ ਹੋ ਰਹੇ, ਜਿੱਥੇ ਤੁਹਾਨੂੰ ਪਤਾ ਲੱਗ ਗਿਆ ਹੁਕਮਨਾਮਾ ਹੋਣ ਲੱਗਾ, ਉੱਥੇ ਸਾਈਡ 'ਤੇ ਹੋ ਕੇ ਚੌਕੜਾ ਮਾਰ ਕੇ ਬੈਠੋ। ਨੇਤਰ ਮੁੰਦ ਕੇ ਗੁਰੂ ਸਾਹਿਬ ਦਾ ਮਹਾਰਾਜ ਨੇ ਨੇਤਰ ਮੁੰਦ ਕੇ ਸ਼ਬਦ ਸੁਣਿਆ। ਸ਼ਬਦ ਗੁਰੂ ਅਰਜਨ ਸਾਹਿਬ ਦਾ ਸਤਿਗੁਰਾਂ ਨੇ ਇਤਨਾ ਸੁਣਿਆ ਵੀ ਇਸ ਸ਼ਬਦ ਬਾਰੇ ਅਸੀਂ ਅੱਜ ਹੀ ਸੁਣਿਆ ਜੋ ਬਾਬਾ ਬੁੱਢਾ ਜੀ ਸੁਣਾ ਰਹੇ ਨੇ। ਚਲੋ ਜੀ, ਉੱਥੇ ਜਪਜੀ ਸਾਹਿਬ ਦਾ ਫਿਰ ਪਾਠ ਕੀਤਾ। 3 ਹੁਕਮਨਾਮੇ ਯਾਦ ਰੱਖਿਓ ਜੀ। 10 ਫਿਰ ਬੇਨਤੀ ਕੀਤੇ, ਬੇਨਤੀ ਕਰ ਦਿੰਦਾ, ਬੇਨਤੀਆਂ ਕਰਦਾ ਰਹਿੰਦਾ। ਇੱਕ ਹੁਕਮਨਾਮਾ ਸੰਤਾਂ ਕੇ ਕਾਰਜ ਖਲੋਇਆ ਪਹਿਲੇ ਪ੍ਰਕਾਸ਼ ਤੇ, ਜਦੋਂ ਦੂਸਰੀ ਵਾਰੀ ਪ੍ਰਕਾਸ਼ ਹੋਇਆ ਐਸ ਗੁਰੂ ਗ੍ਰੰਥ ਸਾਹਿਬ ਦਾ ਦਮਦਮੀ ਮੀੜ ਦਾ, ਗੁਰੂ ਕੀ ਕਾਂਛੀ ਦਮਦਮਾ ਸਾਹਿਬ, ਉਦੋਂ ਭਾਈ ਮਣੀ ਸਿੰਘ ਨੇ ਪ੍ਰਕਾਸ਼ ਕੀਤਾ ਸੀ। ਪਹਿਲੇ ਗ੍ਰੰਥੀ ਸਨ ਬਾਬਾ ਬੁੱਢਾ ਜੀ ਹਰਿਮੰਦਰ ਸਾਹਿਬ ਦੇ, ਦੂਸਰੇ ਗ੍ਰੰਥੀ ਸਨ ਭਾਈ ਵਿਧੀ ਚੰਦ ਜੀ ਹਰਿਮੰਦਰ ਸਾਹਿਬ ਦੇ, ਤੀਸਰੇ ਗ੍ਰੰਥੀ ਸਨ ਭਾਈ ਮਣੀ ਸਿੰਘ ਜੀ ਹਰਿਮੰਦਰ ਸਾਹਿਬ ਦੇ, ਸ਼ਹੀਦ ਭਾਈ ਮਣੀ ਸਿੰਘ ਜੀ। ਜਦੋਂ ਭਾਈ ਮਣੀ ਸਿੰਘ ਨੇ ਹੁਕਮਨਾਮਾ ਲਿਆ ਦਮਦਮਾ ਸਾਹਿਬ, ਉਦੋਂ ਮਹੱਲਾ ਆਇਆ ਸੀ 5ਵਾਂ। 3 ਹੁਕਮਨਾਮੇ ਸਾਡੇ ਕੋਲ ਨੇ, ਮਹੱਲਾ 5ਵਾਂ ਹੀ ਆਇਆ। ਉਹ ਸੀ ਟੋਡੀ ਮਹੱਲਾ 5ਵਾਂ, ਸਤਿਗੁਰ ਆਇਓ ਸ਼ਰਨ ਤੁਹਾਡੀ ਮਿਲੇ ਸੂਖ ਨਾਮ ਹਰ, ਸੋਭਾ ਚਿੰਤਾ ਲਾਹੇ। ਤੀਸਰਾ ਹੁਕਮਨਾਮਾ ਜਿੱਦਣ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਨੰਦੇੜ ਦੀ ਧਰਤੀ ਤੇ ਦਿੱਤੀ ਗਈ, ਉਹ ਦਿਨ ਇੱਕ ਸਿੱਖ ਨੇ ਹੁਕਮਨਾਮਾ ਲਿਆ। ਮਹਾਰਾਜ ਨੂੰ ਸਿੱਖ ਪੁੱਛਦੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ, ਸਾਡਾ ਗੁਰੂ ਕੌਣ? ਮਹਾਰਾਜ ਕਹਿੰਦੇ ਤੁਹਾਡੇ ਗੁਰੂ ਤੋਂ ਹੀ ਪੁੱਛਦੇ ਤੁਹਾਡਾ ਗੁਰੂ ਕੌਣ। ਤੇ ਜਦੋਂ ਹੁਕਮਨਾਮਾ ਲਿਆ ਸੀ ਮਾਰੂ ਮਹੱਲਾ 5ਵਾਂ 1000 ਅੰਗ ਤੋਂ, ਉਹ ਸ਼ਬਦ ਦੀ ਰਮਤ ਇੱਥੋਂ ਹੁੰਦੀ ਹੈ, ਖੁੱਲਿਆ ਕਰਮ ਕਿਰਪਾ ਭਈ ਠਾਕੁਰ ਕੀਰਤਨ ਹਰ ਹਰ ਗਾਈ। ਅੱਗੇ ਜਾ ਕੇ ਪੰਕਤੀ ਆਉਂਦੀ ਹੈ, ਸਾਧ ਹਜ਼ੂਰ ਹਾਜ਼ਰ ਹੈ ਨਾਜ਼ਰ ਕਦੇ ਨਾ ਭਇਓ ਦੁਰਾਈ। ਉਹ ਸਦਾ ਹਾਜ਼ਰ ਨਾਜ਼ਰ, ਕਦੇ ਸਾਡੇ ਤੋਂ ਦੂਰ ਨਹੀਂ। ਇਹ 3 ਹੁਕਮਨਾਮੇ ਸਿੱਖ ਨੂੰ ਯਾਦ ਰੱਖਣੇ ਚਾਹੀਦੇ। ਸ਼ਾਮ ਹੋਈ, ਮਹਾਰਾਜ ਦਾ ਪ੍ਰਕਾਸ਼ ਰਿਹਾ ਦਰਬਾਰ ਸਾਹਿਬ ਦੇ ਅੰਦਰ। ਗੁਰੂ ਅਰਜਨ ਸਾਹਿਬ ਜੀ ਨੂੰ ਬਾਬਾ ਬੁੱਢਾ ਜੀ ਕਹਿੰਦੇ ਜੀ ਸੋਖਾਸਨ ਕਿੱਥੇ ਕਰਨਾ ਹੈ? ਗੁਰੂ ਗ੍ਰੰਥ ਸਾਹਿਬ ਜੀ ਦਾ ਜੀ। ਮਹਾਰਾਜ ਨੇ ਇੱਕ ਕੋਠਾ ਸਾਹਿਬ ਬਣਾਇਆ ਸੀ। ਉਹ ਪਤਾ ਕੋਠਾ ਸਾਹਿਬ ਕਿਸ ਮਿੱਟੀ ਦਾ ਬਣਿਆ? ਜਦੋਂ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਨਾ ਡੂੰਗੀ, ਜਿਹੜੀ ਮਿੱਟੀ ਹਰਿਮੰਦਰ ਸਾਹਿਬ ਦੀ ਨੀਂਹ ਚੋਂ ਨਿਕਲੀ, ਉਹਦਾ ਇੱਕ ਕੋਠਾ ਬਣਾਇਆ ਸੀ ਗੁਰੂ ਅਰਜਨ ਸਾਹਿਬ ਨੇ ਕਾਲ ਤਖਤ ਸਾਹਿਬ ਵਾਲੀ ਜਗ੍ਹਾ ਦੇ, ਜਿਹਦੇ 'ਚ ਗੁਰੂ ਅਰਜਨ ਸਾਹਿਬ ਜੀ ਆਪ ਰਾਤ ਨੂੰ ਆਰਾਮ ਕਰਦੇ ਹਨ। ਤੇ ਬਾਬਾ ਬੁੱਢਾ ਜੀ ਨੇ ਕਿਹਾ ਜੀ ਗੁਰੂ ਗ੍ਰੰਥ ਸਾਹਿਬ ਦਾ ਸੋਖਾਸਨ। ਮਹਾਰਾਜ ਕਹਿੰਦੇ ਕੋਠਾ ਸਾਹਿਬ ਦੇ ਅੰਦਰ ਇੱਕ ਪਲਕਾ ਸੁਸ਼ੋਭਿਤ ਕਰੋ। ਇੱਕ ਪਲਕਾ ਸੁਸ਼ੋਭਿਤ ਹੋਇਆ ਤੇ ਸ਼ਾਮ ਨੂੰ ਸੋਖਾਸਨ, ਰਾਤ ਨੂੰ ਗੁਰੂ ਗ੍ਰੰਥ ਸਾਹਿਬ ਦਾ ਪਲੰਗੇ ਤੇ। ਮਹਾਰਾਜ ਕਹਿੰਦੇ ਬਾਬਾ ਬੁੱਢਾ ਜੀ ਤੁਹਾਡਾ ਮੰਜਾ ਨਾ, ਬਾਬਾ ਬੁੱਢਾ ਜੀ ਕਹਿੰਦੇ ਗੁਰੂ ਅਰਜਨ ਸਾਹਿਬ ਜੀ ਤੁਹਾਡਾ ਮੰਜਾ ਨਾਲ ਲਾ ਦਈਏ ਗੁਰੂ ਗ੍ਰੰਥ ਸਾਹਿਬ ਦੇ। ਮਹਾਰਾਜ ਕਹਿੰਦੇ ਨਾ, ਮੰਜਾ ਨਾਲ ਨਹੀਂ। ਮਹਾਰਾਜ ਵੀ ਆਪ ਵੀ ਇਸ ਕਮਰੇ 'ਚ ਆਰਾਮ ਕਰਦੇ ਹੋ, ਤੇ ਮਹਾਰਾਜ ਤੁਹਾਡਾ ਇੱਕ ਬੈੱਡ ਲਾ ਦਿੰਦੇ ਗੁਰੂ ਗ੍ਰੰਥ ਸਾਹਿਬ ਦੇ ਨਾਲ। ਕਹਿੰਦੇ ਉਹ ਭਲਿਓ, ਅਸੀਂ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਥੋੜੀ ਬੈਠਣਾ ਹੈ। ਇਹਦਾ ਮਤਲਬ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਹੈ। ਮਹਾਰਾਜ ਕਹਿੰਦੇ ਹਾਂ ਥੱਲੇ ਇੱਕ ਚਾਦਰ ਵਿਛਾ ਦਿਓ। ਉਹ ਬਾਬਾ ਬੁੱਢਾ ਜੀ ਨੇ ਕਿਹਾ ਗੱਦਾ ਲਾ ਦਈਏ। ਮਹਾਰਾਜ ਕਹਿੰਦੇ ਨਾ, ਗੁਰੂ ਦੀ ਤਾਬਿਆ 'ਚ ਗੱਦੇ ਤੇ ਨਹੀਂ ਬੈਠਣਾ। ਆਪ ਜੀ ਇੱਕ ਗੱਲ ਯਾਦ ਰੱਖਿਓ, ਤੁਹਾਨੂੰ ਕੋਈ ਪ੍ਰੋਬਲਮ ਹੈ ਬਹੁਤੀ ਜ਼ਿਆਦੀ, ਫਿਰ ਤੇ ਕਿਤੇ ਗੁਰੂ ਸਾਹਿਬ ਦੇ ਪ੍ਰਕਾਸ਼ ਹੋਵੇ ਤੇ ਥੋੜੀ ਜਿਹੀ ਉੱਚੀ ਥਾਂ ਤੇ ਕਿਤੇ ਬਹੁਤੀ ਜ਼ਿਆਦੀ ਪ੍ਰੋਬਲਮ ਹੈ, ਸ਼ਾਇਦ ਮਹਾਰਾਜ ਮਾਫ ਕਰ ਦੇਣ, ਪਰ ਸਰੀਰ ਠੀਕ ਹੋਵੇ, ਕਦੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਗੱਦਾ ਲਾ ਕੇ ਨਾ ਬੈਠੋ। ਇਹ ਗੁਰੂ ਸਾਹਿਬ ਦਾ ਸਤਿਕਾਰ ਹੈ। ਮਹਾਰਾਜ ਨੇ ਚਾਦਰ ਵਿਛਾਈ। ਉਹ ਅੱਜ ਵੀ ਚਾਦਰ ਨਾ ਤੁਸੀਂ ਕਿਤੇ ਸੱਚਖੰਡ ਦੇ ਦਰਸ਼ਨ ਕਰਦੇ ਹੋ, ਜਿੱਥੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਅੱਜ ਵੀ ਹਰਿਮੰਦਰ ਸਾਹਿਬ 'ਚ ਹੁੰਦਾ ਹੈ। ਜਿਹੜਾ ਪਲੰਘਾ ਡਾਇਆ ਜਾਂਦਾ ਨਾ, ਜਿਹਦੇ 'ਚ ਮਹਾਰਾਜ ਦਾ ਸਰੂਪ ਪਿਆ ਹੁੰਦਾ ਹੈ, ਉਹਦੇ 4 ਪਾਵਿਆਂ ਦੇ ਥੱਲੇ ਚਾਦਰ ਦੇ 4 ਕੋਨੇ ਦਿੱਤੇ ਹੁੰਦੇ ਆ। ਉਹ ਚਾਦਰ ਗੁਰੂ ਅਰਜਨ ਸਾਹਿਬ ਦੀ ਮਹਾਰਾਜ ਪਲੰਗੇ ਦੇ ਥੱਲੇ ਸੌਂਦੇ ਨੇ, ਉੱਤਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ। ਤੇ ਅੱਜ ਘਰੇ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦੇ ਹੋ ਨਾ, ਤੇ ਦਾਸ ਨੇ ਤੇ ਚਲੋ ਪਿਛਲੇ ਸਾਲ ਇੱਕ ਅਖੰਡ ਪਾਠ ਸਾਹਿਬ ਘਰੇ ਕਰਵਾਇਆ, ਤੇ ਮੈਂ ਪਰਿਵਾਰ ਨੂੰ ਕਿਹਾ ਮੈਂ ਕਿ ਕੋਈ ਕੁਰਸੀ ਤੇ ਕੋਈ ਬੈੱਡ ਤੇ ਨਹੀਂ ਪਏਗਾ, ਥੱਲੇ ਗੱਦੇ ਵਿਛਾਏ, ਸਾਰਿਆਂ ਨੂੰ ਉੱਥੇ ਗੁਰਮੁਖ ਬੈਸੋ ਸਭਾ ਵਿਛਾਏ ਵੀ ਗੁਰੂ ਗ੍ਰੰਥ ਸਾਹਿਬ ਜੀ ਪੀੜੇ ਤੇ ਨੇ, ਤੇ ਕੋਈ ਯਤਨ ਨਾ ਕਰੇ ਮਹਾਰਾਜ ਤੋਂ ਉੱਪਰ ਬੈਠਣ ਦਾ। ਸਾਨੂੰ ਇੰਨਾ ਕਿ ਸਤਿਕਾਰ ਗੁਰੂ ਗ੍ਰੰਥ ਸਾਹਿਬ ਦਾ ਕਰਨਾ ਚਾਹੀਦਾ। 7ਵੇਂ ਪਾਤਸ਼ਾਹ ਜੀ ਮੰਜੇ ਤੇ ਬੈਠੇ, ਤੇ ਉਹ ਕੋਈ ਸਿੱਖ ਪੋਥੀਆਂ ਲੈ ਕੇ ਆ ਗਏ ਬਾਣੀ ਦੀਆਂ, ਤੇ ਜਦੋਂ ਘੜਿਆਲ ਦੀ ਆਵਾਜ਼ ਮਹਾਰਾਜ ਦੇ ਕੰਨਾਂ 'ਚ ਪਈ, ਮਹਾਰਾਜ ਤ੍ਰਿਬਕ ਕੇ ਉੱਠੇ ਤੇ ਮਹਾਰਾਜ ਦੇ ਗੋਡੇ ਤੇ ਸੱਟ ਲੱਗ ਗਈ। ਤੇ ਜਦੋਂ ਸੱਟ ਲੱਗ ਗਈ, ਸਿੱਖਾਂ ਨੇ ਕਿਹਾ ਮਹਾਰਾਜ ਸਹੀ ਉੱਠ ਪੈਂਦੇ। ਮਹਾਰਾਜ ਨੇ ਡਾਂਟਿਆ ਸਿੱਖਾਂ ਨੂੰ, ਕਹਿੰਦੇ ਤੁਸੀਂ ਪੋਥੀਆਂ ਲਿਆ ਰਹੇ ਸੀ, ਸਾਨੂੰ ਸਤੇਜ ਕਰਨਾ ਸੀ ਪਹਿਲਾਂ। ਘੜਿਆਲ ਉਦੋਂ ਤੋਂ ਬਣਿਆ ਵੀ ਅੱਗੇ ਘੜਿਆਲ ਵੱਜੇ, ਸੰਗਤ ਸਤੇਜ ਹੋ ਜੇ ਵੀ ਮਹਾਰਾਜ ਦਾ ਸਰੂਪ ਆ ਰਿਹਾ ਜਾਂ ਬਾਣੀ ਦੀਆਂ ਪੋਥੀਆਂ ਆ ਰਹੀਆਂ ਨੇ।
ਮਹਾਰਾਜ ਦੇ ਗੋਡੇ ਤੇ ਸੱਟ ਲੱਗ ਗਈ, ਕਹਿੰਦੇ ਇਹ ਪਾਪ ਨਾ ਕਰਿਓ, ਅਸੀਂ ਮੰਜੇ ਤੇ ਬੈਠੇ ਹਾਂ ਤੇ ਤੁਸੀਂ ਪੋਥੀਆਂ ਲੈ ਕੇ ਸਾਡੇ ਕੋਲ ਪਹੁੰਚ ਗਏ ਹੋ। ਮਹਾਰਾਜ ਬਹੁਤ ਸਤਿਕਾਰ, ਸਾਡੇ 10 ਗੁਰੂ ਸਾਹਿਬਾਨ ਨੇ ਬਾਣੀ ਦਾ ਬਹੁਤ ਸਤਿਕਾਰ ਕਰਦੇ ਹਨ। ਫਿਰ ਉੱਥੇ ਮਹਾਰਾਜ ਨੇ ਵਿਸ਼ਰਾਮ ਕੀਤਾ। ਅੱਜ ਵੀ ਹਰੇਕ ਸੱਚਖੰਡ 'ਚ ਇੱਕ ਚਾਦਰ ਵਿਛਦੀ ਹੈ ਥੱਲੇ, ਉਹ ਚਾਦਰ ਗੁਰੂ ਅਰਜਨ ਸਾਹਿਬ ਜੀ ਦੇ ਆਰਾਮ ਵਾਸਤੇ ਹੈ। ਅੱਜ ਵੀ ਸ਼ਰਧਾ ਨਾਲ ਸੱਚਖੰਡ, ਹਰੇਕ ਸੱਚਖੰਡ 'ਚ ਉਹ ਜਿਹੜੀ ਚਾਦਰ ਵਿਛਾਈ ਜਾਂਦੀ ਹੈ। ਅੱਜ ਦੇ ਦਿਨ 1 ਸਤੰਬਰ ਨੂੰ ਹਰਿਮੰਦਰ ਸਾਹਿਬ ਦੇ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ। ਸਤਿਗੁਰਾਂ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀਆਂ ਸਮੁੱਚੀਆਂ ਸੰਗਤਾਂ ਨੂੰ ਭਾਈ ਬਹੁਤ ਬਹੁਤ ਵਧਾਈਆਂ। ਜਿਸ ਤਰ੍ਹਾਂ ਹਰਿਮੰਦਰ ਸਾਹਿਬ 'ਚ ਬਾਣੀ ਦਾ ਪ੍ਰਕਾਸ਼ ਹੋ ਗਿਆ, ਸਾਡਾ ਸਰੀਰ ਵੀ ਹਰਿਮੰਦਰ ਹੈ। ਹਰ ਮੰਦਰ ਇਹੋ ਸਰੀਰ ਹੈ, ਕਿਤੇ ਜਪਜੀ ਸਾਹਿਬ ਦਾ ਪ੍ਰਕਾਸ਼ ਸਾਡੇ ਸਰੀਰ ਰੂਪੀ ਹਰਿਮੰਦਰ 'ਚ ਵੀ ਹੋ ਜੇ। ਸੁਖਮਣੀ ਸਾਹਿਬ ਦਾ ਪਾਠ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਿਤੇ ਸਾਡੇ ਸਰੀਰ ਰੂਪੀ ਹਰਿਮੰਦਰ 'ਚ ਵੀ ਹੋ ਜੇ। ਇਹ ਅਰਦਾਸ ਕਰਕੇ ਜਾਇਓ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਸਮਾਂ ਉੱਪਰ ਜਾ ਰਿਹਾ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।